सत श्री अकाल जी, स्वागत है। देख रहे हो लिविंग इंडिया न्यूज़ ते मैं मनदीप तुहाडा सारा दा स्वागत करदी हूं। उम्मीद करदी हां सारे चढ़दी कला च होंगे। सो तुहाडे खिदमत हर रोज इस वेले वीज़ा लाइव शो लेके हाज़र हुन्ने आ, सवालां ते चर्चा करदे हुन्ने आ। लड़ी नूं अगे तोरदे होए खास मेहमान मेरे नाल जुड़े ने। मेरे नाल ने जी IISE ओवरसीज़ एजुकेशन सर्विसेज तो मैडम मोनिका अग्निहोत्री जी। मैडम उन्हां दा सब तो पहला स्वागत करदे हां। सत श्री अकाल जी, शुक्रिया बहुत बहुत मनदीप तुहाडा सारिਆਂ ਦਾ। जी। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। जी। ਮੈਂ ਮੋਨਿਕਾ ਅਗਨੀਹੋਤਰੀ IISE ਓਵਰਸੀਜ਼ ਐਜੂਕੇਸ਼ਨ ਸਰਵਿਸਿਜ਼ ਤੋਂ ਅੱਜ ਤੁਹਾਡੇ ਨਾਲ ਰੂਬਰੂ ਹੋ ਰਹੀ ਹਾਂ IELTS PT ਨੈਨੀ और वीजे बारे कुछ ਤੁਹਾਡੀਆਂ ਕੁਐਰੀਜ਼ ਲੈ ਕੇ। जी सो ਤੁਹਾਡੇ ਮਨਾਂ 'ਚ ਕੋਈ ਵੀ ਸਵਾਲ ਹੈ ਤੁਸੀਂ ਆਪਣੇ ਸਵਾਲ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਅੱਜ ਚਰਚਾ ਦਾ ਵਿਸ਼ਾ ਅਸੀਂ ਰੱਖਣਾ ਹੈ ਕਿ ਇੱਕ ਤਾਂ ਆਇਲਸ ਦੇ ਉੱਤੇ ਚਰਚਾ ਕਰਾਂਗੇ, ਅਸੀਂ PT ਦੀ ਗੱਲਬਾਤ ਵੀ ਕਰਾਂਗੇ, ਕੀ ਵੈਲਿਊ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ, ਇਸ ਦੇ ਉੱਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਮਾਰਕੀਟ 'ਚ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਨੈਨੀ ਕੋਰਸ, ਨੈਨੀ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ। ਅਸੀਂ ਟੋਫਲ ਬਾਰੇ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਇਸ ਤੋਂ ਇਲਾਵਾ ਖਾਸ ਤੌਰ ਤੇ ਚਰਚਾ ਰਹੇਗੀ ਉਹਨਾਂ ਵਿਦਿਆਰਥੀਆਂ ਦੀ ਪ੍ਰੋਫਾਈਲ ਤੇ ਜਿਹੜੇ ਰਿਫਿਊਜ਼ ਹੋ ਚੁੱਕੇ ਨੇ ਕੈਨੇਡਾ ਜਾਂ ਆਸਟ੍ਰੇਲੀਆ ਤੋਂ, ਉਹਨਾਂ ਦੇ ਵਾਸਤੇ ਕੀ ਬੈਟਰ ਆਪਸ਼ਨ ਓਪਰਚੁਨਿਟੀ ਹੈਗੀਆਂ ਨੇ। ਸੋ ਸਾਰੀਆਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਨਾ ਸ਼ੁਰੂਆਤ ਜਿਵੇਂ ਆਇਲਸ ਦੀ ਗੱਲ ਕੀਤੀ ਹੈ ਨਾ ਜੀ, ਵੀਜ਼ੇ ਦੀ ਸਾਰੇ ਗੱਲ ਕਰ ਲੈਂਦੇ ਆ ਕਿ ਵੀਜ਼ਾ ਆ ਗਿਆ, ਵੀਜ਼ਾ ਨਹੀਂ ਆ ਗਿਆ, ਵੀਜ਼ੇ ਨੂੰ ਗਾਂ ਡਿਵਾਈਡ ਕਰ ਦਿੰਦੇ ਆ SDS ਨॉन SDS ਰਿਫਿਊਜ਼ਲ ਆ ਗਈ, ਗੈਪ, ਇਹ ਉਹ ਲਟਰਮ ਸ਼ਟਰਮ, ਬਹੁਤ ਸਾਰੀਆਂ ਚੀਜ਼ਾਂ ਉਹਨੂੰ ਡੀਪਲੀ ਪਾ ਦਿੰਦੇ ਆ। ਲੇਕਿਨ ਮੇਨ ਮੁੱਦੇ ਦੀ ਗੱਲ ਕੀ ਹੈ, ਮੇਨ ਜੜ ਕੀ ਹੈ? ਮੇਨ ਜੜ ਹੈਗੀ ਆਇਲਸ ਜਾਂ PT ਹੈ। ਜੇ ਅਸੀਂ ਪਹਿਲੀ ਪੌੜੀ ਤੇ ਪੈਰ ਹੀ ਨਹੀਂ ਧਰਾਂਗੇ ਤਾਂ ਅਸੀਂ ਆਪਣੀ ਮੰਜ਼ਿਲ ਤੇ ਕਿਵੇਂ ਪਹੁੰਚ ਜਾਾਂਗੇ? ਸੋ ਸਭ ਤੋਂ ਵੱਡਾ ਸਵਾਲ ਹੈ ਕਿ ਆਇਲਸ ਜਿਹੜੀ ਹੈ ਉਹ ਕਿੱਦਾਂ ਕਲੀਅਰ ਹੋਵੇ, ਕਿੱਦਾਂ ਕਰੈਕ ਹੋਵੇ ਆਇਲਸ ਮਨਦੀਪ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ। ਇਹੀ ਪਹਿਲਾ ਸਟੈਪ ਹੈ ਜਿਹੜਾ ਆਪਾਂ ਫੰਡਾਮੈਂਟਲ ਸਟੈਪ ਕਾਊਂਟ ਕਰੀਦਾ ਹੈਗਾ ਜੀ। ਜੇ ਤੁਹਾਡਾ ਆਇਲਸ ਜਾਂ PT ਜਾਂ ਟੋਫਲ ਕਲੀਅਰ ਹੋਏਗਾ ਤਾਂ ਹੀ ਤੁਸੀਂ ਕਿਤੇ ਵੀ ਜਾਣਾ ਚਾਹੁੰਦੇ ਹੋ, ਲਾਈਕ ਸਟੱਡੀ ਅਬਰੋਡ ਲਈ ਟਾਰਗੇਟ ਕਰ ਰਹੇ ਹੋ, US ਕਰ ਰਹੇ ਹੋ, ਕਿਤੇ ਵੀ ਕਰ ਰਹੇ ਹੋ, ਇਹਨਾਂ ਤੋਂ ਬਿਨਾ ਨਹੀਂ ਹੋਣਾ ਹੈਗਾ ਗਾਇਸ। ਕਈ ਵਾਰ ਮਾਰਕੀਟ 'ਚ ਇਹ ਚੀਜ਼ਾਂ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੀਆਂ ਨੇ ਕਿ ਤੁਸੀਂ ਵਿਦਆਊਟ ਆਇਲਸ ਵੀ ਜਾ ਸਕਦੇ ਹੋ, ਤੁਸੀਂ ਨਹੀਂ ਵੀ ਤੁਹਾਡੇ ਤੋਂ ਕਲੀਅਰ ਹੋ ਰਿਹਾ ਹੈਗਾ, ਤੁਸੀਂ ਕਿਸੇ ਹਿਸਾਬ ਨਾਲ ਪੇਪਰ ਕਲੀਅਰ ਕਰ ਸਕਦੇ ਹੋ। ਲੇਕਿਨ ਪਲੀਜ਼ ਸਟੂਡੈਂਟਸ, देयर इज सिंपली नो शॉर्टकट टू आइल्स। आइल्स कोई इन्ना डिफिकल्ट पेपर नहीं है। मैनू ये नहीं समझ आती है मनदीप कि लोग इनू इन्ना डिफिकल्ट क्यों बनाते हैं। इट इज़ अ सिंपल इंग्लिश पेपर। सिर्फ तुहानू बेसिक्स कह लो, स्ट्रैटेजीज कह लो, टेक्निक्स पता होनी चाहिए ने। पेपर बिल्कुल पहली बार च क्लियर होता है जी। ठीक है, दर्शक जुड़ना शुरू हो गए ने। कॉलर दा पहला सवाल ले लिए जी जी मैम, बिल्कुल बिल्कुल। हाँ जी, सत श्री अकाल, स्वागत है जी। जी सत श्री अकाल। हेलो हेलो। हाँ जी सत श्री अकाल जी, की नाम है? हाँ जी सत श्री अकाल मैम जी, की नाम है जी? जोगनदीप मैम जी। की सवाल है सर? मैम सवाल मैम तो ये अभी मेरे मिसिज ने आवेदन की है 5.5 घंटा उन्होंने। ठीक है। हाँ जी मैम, ते अभी कैनेडा का वीजा अप्लाई करना ते पर उन्होंने ना ग्रेजुएशन तो बाद 1 साल का गैप होने बाद MCOM उन्होंने 2 साल लास्ट ईयर पास आउट 1 साल के गैप तो बाद MCOM कर ली सी, लास्ट ईयर पास आउट ने। 5.5 ओवरऑल स्कोर है, नॉट लेस देन की स्कोर है? नहीं मैम 6.5 6.5 स्कोर है। किसे च 5.5 हैगे ने? हाँ जी 6 ईच हैगा सर सारे जी। स्कोर है सारे दा मैम 6.5। ठीक है, शो च कॉल करने ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੈਗੇ। ਮੈਡਮ ਕੀ ਕਹੂੰ ਕਿ ਸਾਲ ਦਾ ਪੜ੍ਹਾਈ ਚੱਲ ਰਹੀ ਸੀ, 1 ਸਾਲ ਦਾ ਗੈਪ ਪੈ ਗਿਆ, ਫਿਰ ਪੜ੍ਹਾਈ ਕੰਟੀਨਿਊ ਹੋ ਗਈ ਤੇ ਬੈਂਚ ਸਕੋਰ ਵੀ ਕਿਤੇ ਨਾ ਕਿਤੇ ਠੀਕ ਹੈ। ਕੀ ਸੁਜੈਸਟ ਕਰੋਗੇ? ਹਾਂਜੀ ਬਿਲਕੁਲ ਸਰ ਮੈਮ, ਇਹ ਆਪਣਾ ਜਿਹੜਾ ਫਾਈਲ ਹੈ ਇੱਕ ਵਾਰੀ ਸਾਡੀ ਟੀਮ ਤੋਂ ਚੈੱਕ ਕਰਵਾਉਣ, ਸਾਨੂੰ ਆਪਣਾ ਪ੍ਰੋਫਾਈਲ ਰਿਵਰਟ ਕਰਨ, ਅਸੀਂ ਇਹਨਾਂ ਨੂੰ ਬੈਸਟ ਤੋਂ ਬੈਸਟ ਗਾਈਡੈਂਸ ਦਵਾਂਗੇ ਵੀ ਕੈਨੇਡਾ 'ਚ ਜਾਂ ਜਿੱਥੇ ਵੀ ਟਾਰਗੇਟ ਕਰ ਰਹੇ ਨੇ ਉੱਥੇ ਕਿਵੇਂ ਅਪਲਾਈ ਕਰ ਸਕਦੇ ਨੇ ਔਰ ਕਿੰਨੀ ਦੇਰ 'ਚ ਇਹਨਾਂ ਦਾ ਵੀਜ਼ਾ ਕੁਆਲੀਫਾਈ ਹੋ ਸਕਦਾ। ਬਿਲਕੁਲ ਬਿਲਕੁਲ ਜੀ। ਸੋ ਇੱਕ ਵਾਰੀ ਜਿਹੜੇ ਨੰਬਰ ਸਕਰੀਨ ਦੇ ਉੱਤੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਮੇਰੀ ਗੁਜ਼ਾਰਿਸ਼ ਹੈ ਕਿ ਸਾਰੇ ਦਰਸ਼ਕਾਂ ਨੂੰ ਜਿਹੜੇ ਕਤਾਰ 'ਚ ਇੰਤਜ਼ਾਰ ਕਰ ਰਹੇ ਨੇ, ਨੰਬਰ ਸਾਂਝੇ ਕਰ ਰਹੇ ਹਾਂ, ਤੁਸੀਂ ਕਾਲ ਕਰਨੀ ਹੈ। ਨਹੀਂ ਕਾਲ ਲੱਗੇਗਾ ਤਾਂ ਸਾਡੇ ਸ਼ੋਅ ਤੋਂ ਬਾਅਦ ਕਾਲ ਕਰ ਲਿਓ, ਸਵਾਲਾਂ ਦੇ ਜਵਾਬ ਜ਼ਰੂਰ ਮਿਲਣਗੇ। ਔਰ ਜਿਹੜੇ ਸਾਡੇ ਦਰਸ਼ਕਾਂ ਦੀ ਦੇ ਦੌਰਾਨ ਅਸੀਂ ਕਾਲ ਲਵਾਂਗੇ ਉਹ ਵੀ ਦਰਸ਼ਕ ਔਰ ਦੂਜੇ ਦਰਸ਼ਕ ਵੀ ਇਹੀ ਨੰਬਰ WhatsApp ਤੇ ਵੀ ਨੇ। ਤੁਸੀਂ ਇੱਕ ਵਾਰੀ ਆਪਣੇ ਜਿਹੜੇ ਡਾਕੂਮੈਂਟਸ ਉਹਨਾਂ ਦੀ ਫੋਟੋ ਖਿੱਚ ਕੇ ਜ਼ਰੂਰ ਭੇਜੋ ਤਾਂ ਕਿ ਉਹਨਾਂ ਦੀ ਅਸੈਸਮੈਂਟ ਕਰਕੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ। ਸਵਾਲ ਬਹੁਤ ਰਹਿੰਦੇ ਨੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਔਰ ਬਹੁਤ ਸਾਰੇ ਐਸੇ ਬੱਚੇ ਆ ਜਿਹੜੇ ਸਕੋਰ ਦੇ ਉੱਤੇ ਸਟਕ ਹੋ ਜਾਂਦੇ ਨੇ, ਚਾਹੇ ਉਹ 5 ਹੋ ਜਾਏ ਚਾਹੇ 5.5 ਹੋ ਜਾਏ, ਪਾਰਟਿਕੂਲਰ 1 ਜਾਂ 2 ਮੋਡਿਊਲ ਚੋਂ। ਹਾਂਜੀ ਹਾਂਜੀ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਮਨਦੀਪ। ਹੁਣ ਸਾਡਾ ਰੋਜ਼ ਦਾ ਕੰਮ ਆ ਜੀ ਇਹ ਚੀਜ਼ ਦੇਖਦੇ ਹਾਂ ਅਸੀਂ ਕਿ ਜਿਹੜੇ ਬੱਚੇ ਆਉਂਦੇ ਨੇ 6 ਨੀਚ ਕਈ ਵਾਰ ਤਾਂ ਕੁਆਲੀਫਾਈ ਹੋ ਜਾਂਦੇ ਨੇ ਜੀ, ਕਈ ਵਾਰ ਰਿਪੀਟ ਕਰਨ ਤੋਂ ਬਾਵਜੂਦ ਵੀ ਉਹਨਾਂ ਦਾ ਪੇਪਰ ਨਹੀਂ ਕੁਆਲੀਫਾਈ ਹੁੰਦਾ ਹੈਗਾ। ਇਹਦੇ ਪਿੱਛੇ ਬਹੁਤ ਸਿੰਪਲ ਜਿਹਾ ਰੀਜ਼ਨ ਹੈ ਸਟੂਡੈਂਟਸ, ਇਹ ਕੋਈ ਥਿਊਰੀ ਨਹੀਂ ਹੈ ਕਿ ਤੁਸੀਂ ਬਾਰ-ਬਾਰ ਆਇਲਟਸ ਦੋਗੇ ਤਾਂ ਪੇਪਰ ਕਲੀਅਰ ਹੋ ਜਾਏਗਾ। ਆਮ ਤੌਰ ਤੇ ਬੱਚੇ ਇਹ ਨੋਸ਼ਨ ਰੱਖਦੇ ਨੇ। ਇਨਫੈਕਟ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਇਸ ਤਰ੍ਹਾਂ, ਜੇ ਇੱਕ ਵਾਰ ਨਹੀਂ ਕਲੀਅਰ ਹੋਇਆ ਤੁਸੀਂ ਦੂਸਰੀ ਵਾਰ ਡੇਟ ਲੈ ਲਓ, ਤੀਸਰੀ ਵਾਰ ਲੈ ਲਓ,
ਬਟ ਸਟੂਡੈਂਟਸ ਬਿਲੀਵ ਕਰੋ ਇਹ ਸਿਰਫ ਹੋਲੀ ਹੈ ਤੁਹਾਡੇ ਪੈਸੇ ਦੀ। ਇਸ ਤਰ੍ਹਾਂ ਆਇਲਸ ਨਹੀਂ ਕਲੀਅਰ ਹੋਣਾ ਹੈਗਾ। ਆਇਲਸ ਕੀ ਆ, ਇੱਕ ਬੇਸਿਕ ਪੇਪਰ ਇੰਗਲਿਸ਼ ਦਾ ਹੈ। ਜਿਵੇਂ ਆਪਾਂ ਲੈਂਗੁਏਜ ਸਿੱਖਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਤੁਹਾਨੂੰ ਮਹੀਨੇ ਜਾਂ 2 ਮਹੀਨੇ ਦੇ ਵਿੱਚ ਮੈਂ ਲੈਂਗੁਏਜ ਸਿਖਾ ਸਕਦੀ ਹਾਂ ਤੁਹਾਨੂੰ, ਲੇਕਿਨ ਉਹਦੇ ਸ਼ਾਰਟਕਟਸ ਹੁੰਦੇ ਨੇ, ਉਹਦੀਆਂ ਕੁਝ ਸਟ੍ਰੈਟੇਜੀਜ਼ ਹੈ। ਹੁਣ ਜੇ ਆਪਾਂ ਰੀਡਿੰਗ ਦੇ ਪੇਪਰ ਦੀ ਗੱਲ ਕਰੀਏ ਮਨਦੀਪ, ਰੀਡਿੰਗ ਦਾ ਪੇਪਰ ਬੱਚੇ ਨੂੰ ਸਭ ਤੋਂ ਮੁਸ਼ਕਿਲ ਲੱਗਦਾ ਹੈ, ਜਾਂ ਸਪੀਕਿੰਗ ਉਹਨੂੰ ਕਰਨੀ ਬਹੁਤ ਮੁਸ਼ਕਿਲ ਲੱਗਦੀ ਹੈ, ਕਿਉਂਕਿ ਪੰਜਾਬ 'ਚ ਹੋਣ ਕਰਕੇ ਇੰਗਲਿਸ਼ ਦੀ ਜਿਹੜੀ ਐਲੀਮੈਂਟਰੀ ਆਪਣੀ ਇੰਨੀ ਇਨਸਿਸਟ ਨਹੀਂ ਕਰਦੇ ਇੱਥੇ ਬੋਲਣ ਨੂੰ। CBSE ਆਈ ਅਗਰੀ ਕਿ ਅਸੀਂ ਇਨਸਿਸਟ ਕਰਦੇ ਹਾਂ ਬੱਚਿਆਂ ਨੂੰ, ਬਟ ਮੇ ਨਾਟ ਬੀ ਵਿਦ ਦੀ ਪੰਜਾਬ ਬੋਰਡਰਸ। ਤੇ ਉਹਦੇ 'ਚ ਜੇ ਆਪਾਂ ਸੋਚੀਏ ਕਿ ਆਪਾਂ ਪਹਿਲੀ ਵਾਰ 'ਚ ਪੇਪਰ ਨਹੀਂ ਕਲੀਅਰ ਹੋਇਆ ਤਾਂ ਕੀ ਹੋ ਗਿਆ, ਇਹ ਬਹੁਤ ਗਲਤ ਫਿਲਾਸਫੀ ਹੈ ਬੱਚਿਓ ਤੁਹਾਡੀ। ਪੇਪਰ ਪਹਿਲੀ ਵਾਰ 'ਚ ਹੀ ਕਲੀਅਰ ਹੁੰਦਾ ਹੈਗਾ, ਸਿਰਫ ਇੱਕ ਸਹੀ ਪੜ੍ਹਾਉਣ ਵਾਲਾ ਚਾਹੀਦਾ। ਹੁਣ ਜੇ ਮੈਂ ਆਪਣੀ ਗੱਲ ਕਰਾਂ, ਮੈਂ 23 ਸਾਲ ਹੋ ਗਏ ਨੇ ਮੈਨੂੰ ਇਸ ਪ੍ਰੋਫੈਸ਼ਨ ਦੇ ਵਿੱਚ, ਔਰ ਮੇਰਾ ਜਿਹੜਾ ਪ੍ਰੋਫੈਸ਼ਨ ਦਾ ਜਾਂ ਮੇਰਾ ਜਿਹੜਾ ਪ੍ਰਿੰਸੀਪਲ ਹੈ ਉਹ ਇਹੀ ਹੈ ਕਿ ਸਿੰਗਲ ਕਲਿੱਕ ਸਿੰਗਲ ਕਲੀਅਰ ਪੇਪਰ ਆ। ਵੀ ਮੈਂ ਚਾਹੇ ਬੱਚੇ ਤੋਂ 2 ਮਹੀਨੇ ਲਵਾਂ ਚਾਹੇ 3 ਲਵਾਂ, ਮੈਂ ਕਹਿ ਕੇ ਬੱਚੇ ਤੋਂ ਟਾਈਮ ਲੈਣੀ ਆ, ਔਰ ਉਸ ਟਾਈਮ ਦੇ ਵਿੱਚ ਮੈਂ ਮੇਰੀ ਟੀਮ ਆਇਲਸ ਨੂੰ ਕੁਆਲੀਫਾਈ ਕਰਵਾਉਂਦੀ ਹੀ ਕਰਵਾਉਂਦੀ ਹੈ। ਇਹ ਚੀਜ਼ ਹੈ, ਜਿਹੜਾ ਟਾਈਮ ਪੀਰੀਅਡ ਦੇਤਾ ਉਸੇ ਟਾਈਮ ਪੀਰੀਅਡ ਦੇ ਵਿੱਚ ਕੁਆਲੀਫਾਈ ਕਰਵਾਉਣਾ ਹੀ ਕਰਵਾਉਣਾ। ਅਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਕਰਾਂਗੇ ਕਿ ਹਾਂਜੀ ਬੱਚਾ ਜੁਆਇਨ ਹੋ ਗਿਆ, ਨਹੀਂ ਇੰਪਰੂਵਮੈਂਟ ਹੋ ਰਹੀ ਹੈ ਜਾਂ ਇਸ ਤਰ੍ਹਾਂ ਹੋ ਰਿਹਾ, ਇਸ ਤਰ੍ਹਾਂ ਨਹੀਂ ਹੈ ਮਨਦੀਪ। ਉਹ ਟਾਈਮ ਬਾਉਂਡੇਸ਼ਨ ਆ ਸਾਨੂੰ ਵੀ ਬੱਚੇ ਦੇ ਨਾਲ। ਠੀਕ ਹੈ, ਤੁਹਾਡੇ ਮਨਾਂ 'ਚ ਕੋਈ ਵੀ ਸਵਾਲ ਹੈ ਤੁਸੀਂ ਆਪਣੇ ਸਵਾਲ ਜ਼ਰੂਰ ਡਿਸਕਸ ਕਰੋ। ਜੇਕਰ ਤੁਹਾਡਾ ਵੀ ਸਕੋਰ ਸਟਕ ਹੋਇਆ ਪਿਆ, ਤੁਸੀਂ ਵੀ ਡਰ ਰਹੇ ਹੋ, ਮਨ ਦੇ ਵਿੱਚ ਫੋਬੀਆ ਹੈਗਾ ਕਿ ਆਇਲਸ ਕਰਨੀ ਹੈ ਪਰ ਕਰ ਨਹੀਂ ਪਾ ਰਹੇ ਹੈਗੇ, ਵਿਦੇਸ਼ ਜਾਣਾ ਹੈ ਬਟ ਆਇਲਸ ਬਹੁਤ ਵੱਡੀ ਉਲਝਣ ਹੈ, ਸਾਡੇ ਤੋਂ ਨਹੀਂ ਹਿੱਟ ਹੋ ਰਿਹਾ ਸਾਡਾ ਸਕੋਰ, ਤਾਂ ਤੁਸੀਂ ਸਲਾਹ ਕਰ ਸਕਦੇ ਹੋ ਸਾਡੇ ਨਾਲ, ਆਪਣੇ ਕਾਲ ਕਰ ਸਕਦੇ ਹੋ। ਸਾਡੇ ਜਿਹੜੇ ਨੰਬਰ ਤੁਹਾਡੇ ਨਾਲ ਅਸੀਂ ਬਿਲਕੁਲ ਤੁਸੀਂ ਆਪਣੀ ਪ੍ਰੋਬਲਮ ਸਾਡੇ ਨਾਲ ਸ਼ੇਅਰ ਕਰੋ। ਬਿਲਕੁਲ, ਸਾਨੂੰ ਆਨਲਾਈਨ ਆਫਲਾਈਨ ਤੁਸੀਂ ਕਿਤੇ ਵੀ ਸਾਨੂੰ ਕੰਟੈਕਟ ਕਰੋ, ਅਸੀਂ ਵੀ ਆਰ ਰੈਡੀ ਟੂ ਹੈਲਪ ਯੂ ਆਊਟ। ਜੀ ਨੈਕਸਟ ਕਾਲਰ ਦੀ ਕਾਲ ਵੀ ਲੈਣੇ ਆ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਪਹੁੰਚ ਰਹੀ ਆਵਾਜ਼ ਤੁਹਾਡੇ ਤੱਕ, ਤੁਸੀਂ ਸੁਣ ਪਾ ਰਹੇ ਹੋ? ਮੇਰੀ ਗੁਜ਼ਾਰਿਸ਼ ਰਹੇਗੀ ਸਾਡੇ ਦਰਸ਼ਕਾਂ ਨੂੰ, ਬਹੁਤ ਹੀ ਪਿਆਰੇ ਦਰਸ਼ਕਾਂ ਨੂੰ, ਜਦ ਵੀ ਕਾਲ ਕਰਦੇ ਹੁੰਦੇ ਹੋ ਪਲੀਜ਼ ਆਵਾਜ਼ ਕਚਾ ਕੇ ਔਰ ਨੈਟਵਰਕ ਦੇ ਵਿੱਚ ਆ ਕੇ ਸਾਡੇ ਨਾਲ ਸੰਪਰਕ ਕਰੋ। ਇੱਕ ਹੋਰ ਵੱਡੀ ਪ੍ਰੋਬਲਮ ਹੈ, ਸਟੂਡੈਂਟ ਜਦੋਂ ਕਲਾਸਿਸ ਲਾ ਰਿਹਾ ਹੈ ਨਾ, ਤੁਹਾਡੇ ਇੰਸਟੀਚਿਊਟ 'ਚ ਹੈਗਾ, ਉਸ ਟਾਈਮ ਤਾਂ ਜੋ ਅਸੀਂ ਦੇਖਦੇ ਹਾਂ ਸਟੂਡੈਂਟ ਦਾ ਸਕੋਰ ਬਹੁਤ ਅੱਛਾ ਆ ਰਿਹਾ, 7 ਸਕੋਰ ਵੀ ਸਟੂਡੈਂਟ ਲੈ ਰਿਹਾ, 6.5 ਈਜ਼ੀਲੀ ਲੈ ਰਿਹਾ, ਲੇਕਿਨ ਜਿੱਦਾਂ ਹੀ ਉਹ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਾਂਦਾ ਹੈ, ਉੱਥੇ ਜਾ ਕੇ ਐਸਾ ਕੀ ਹੋ ਜਾਂਦਾ ਹੈ ਕਿ ਸਟੂਡੈਂਟ ਜਿਹੜਾ ਆ ਉਹ ਸਕੋਰ 7 ਤੋਂ ਸਿੱਧਾ 5.5 ਤੇ ਆ ਜਾਂਦਾ। ਜੀ ਮਨਦੀਪ, ਤੁਸੀਂ ਬਹੁਤ ਹੀ ਅੱਛਾ ਕੁਐਸਚਨ ਫਾਇਰ ਕੀਤਾ, ਔਰ ਇਨਫੈਕਟ ਮੈਨੂੰ ਲੱਗਦਾ ਇਹ ਇਸ ਟਾਈਮ ਹਰ ਬੱਚੇ ਦੀ ਪ੍ਰੋਬਲਮ ਹੋਏਗੀ ਕਿ ਇੰਸਟੀਚਿਊਟ, ਮੈਨੂੰ ਵੀ ਆ ਕੇ ਬੱਚੇ ਇਹੀ ਗੱਲ ਕਹਿੰਦੇ ਨੇ ਕਿ ਜੀ ਫਲਾਣੇ ਇੰਸਟੀਚਿਊਟ ਤੇ ਸਾਡੇ 8 ਬੈਂਡ ਵੀ ਆ ਰਹੇ ਸੀ, ਉੱਥੇ ਸਾਡੇ 40 ਚੋਂ 40 ਵੀ ਆ ਰਹੇ ਸੀਗੇ, ਬਟ ਐਗਜ਼ਾਮੀਨੇਸ਼ਨ ਹਾਲ 'ਚ ਪਤਾ ਨਹੀਂ ਕੀ ਹੋਇਆ, 5 ਰਹਿ ਗਏ, 5.5 ਰਹਿ ਗਏ। ਇਹਦਾ ਰੀਜ਼ਨ ਹੈ ਗਾਇਸ ਕਿ ਜਿਹੜਾ ਇੰਸਟੀਚਿਊਟ ਹੈ, ਤੁਹਾਨੂੰ ਮੈਂ ਇਹ ਨਹੀਂ ਕਹਿੰਦੀ ਕੋਈ ਅੱਛਾ ਪੜ੍ਹਾ ਰਿਹਾ ਜਾਂ ਕੋਈ ਮਾੜਾ ਪੜ੍ਹਾ ਰਿਹਾ ਜਾਂ ਮੈਂ ਬਹੁਤ ਅੱਛਾ ਪੜ੍ਹਾਉਂਦੀ ਹਾਂ, ਨਹੀਂ, ਇਸ ਤਰ੍ਹਾਂ ਨਹੀਂ ਹੈ। ਇੱਕ ਲਾਈਫ ਮਾਹੌਲ ਹੁੰਦਾ ਐਗਜ਼ਾਮ ਦਾ, ਜਿਹਨੂੰ ਆਪਾਂ এনवायरमेंट ਕਹੀਦਾ। ਹੁਣ ਜੇ ਤੁਸੀਂ ਸਾਡੇ ਇੱਥੇ ਟ੍ਰੇਨਿੰਗ ਲੈਂਦੇ ਹੋ, ਅਸੀਂ ਤੁਹਾਨੂੰ ਜਾਣ ਤੋਂ ਪਹਿਲਾਂ ਇੰਟੈਂਸਿਵ ਟ੍ਰੇਨਿੰਗ 'ਚ ਪਾਈਦਾ, ਜਿਹੜਾ ਬਕਾਇਦਾ ਇੱਕ ਐਗਜ਼ਾਮ ਦਾ ਮਾਹੌਲ ਦੇਈਦਾ ਤੁਹਾਨੂੰ। ਉਸ ਤਰ੍ਹਾਂ ਹੀ ਟੀਚਰਸ ਤੁਹਾਨੂੰ ਬੈਠ ਕੇ ਤੁਹਾਡਾ ਪੇਪਰ ਲੈਂਦੇ ਨੇ, ਉਸ ਤਰ੍ਹਾਂ ਹੀ ਚੈਕਿੰਗ ਹੋਣੀ ਹੈਗੀ ਹੈ। ਸਟ੍ਰਿਕਟਲੀ ਅਸੀਂ ਤੁਹਾਨੂੰ ਉਹਦੀ ਟੈਕਨੀਕਸ ਔਰ ਟਰਮਸ ਸਿਖਾਉਂਦੇ ਆ ਵੀ ਪੇਪਰ ਦਾ ਜਿਹੜਾ ਪ੍ਰੈਸ਼ਰ ਆ ਉਹ ਅਸੀਂ ਕਿਵੇਂ ਬੈਠ ਕੇ ਲੈਣਾ ਹੈਗਾ। ਇਸ ਲਈ ਮੈਂ ਕਹਿ ਸਕਦੀ ਹਾਂ ਜੇ ਸਾਡੇ ਇੰਸਟੀਚਿਊਟ ਤੋਂ ਤੁਹਾਡੀ ਜਿਹੜੀ ਅਸੈਸਮੈਂਟ ਹੈ ਉਹ 7 7.5 ਤੇ ਚੱਲ ਰਹੀ ਹੈ ਤੇ ਪੇਪਰ ਦੇ ਵਿੱਚ ਤੁਹਾਡਾ ਆਲਮੋਸਟ ਉਨਾ ਹੀ ਸਕੋਰ ਫਾਇਰ ਹੋਣਾ ਹੈਗਾ। ਬੇਸ਼ੱਕ ਦੀ ਤੁਸੀਂ ਇਸ ਚੀਜ਼ ਨੂੰ ਜ਼ਰੂਰ ਟਰਾਈ ਕਰਕੇ ਦੇਖੋ ਗਾਇਸ ਵੀ ਅਸੀਂ ਕਿੰਨਾ ਤੁਹਾਨੂੰ ਸੱਚੀ ਗਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਇਲਸ ਨੂੰ ਲੈ ਕੇ। ਠੀਕ ਹੈ, ਠੀਕ ਹੈ। ਨੈਕਸਟ ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? मैम मेरा नाम हरमनदीप कौर है। ठीक है, की सवाल है हरमन जी? मैम मेरे ना आज का हम दिल्ला से एग्जाम है। ठीक है। मेरे मैम लिसनिंग तो 7 बैंड है। ओके। स्पीकिंग तो मैम मेरे 6 है। ठीक है। रीडिंग और राइटिंग तो 5.5 है। ओके। ਹੁਣ ਕਿੰਨੀ ਵਾਰ ਪੇਪਰ ਦਿੱਤਾ ਹੈ ਤੁਸੀਂ? ਹਾਂਜੀ ਮੈਮ। ਕਿੰਨੀ ਵਾਰ ਪੇਪਰ ਦਿੱਤਾ ਹੈ ਤੁਸੀਂ? मैम मैं 2 बार एग्जाम ਦਿੱਤਾ ਤੇ ਮੇਰਾ ਸੇਮ ਹੀ ਸਕੋਰ ਆਇਆ। ਸੇਮ ਸਕੋਰ ਆ ਰਿਹਾ, ਠੀਕ ਹੈ। ਤੁਸੀਂ ਆਪਣਾ ਆਨਸਰ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਮੈਡਮ ਉਹੀ ਗੱਲ ਹੋਗੀ ਜਿਵੇਂ ਤੁਸੀਂ ਕਿਹਾ ਨਾ ਵੀ ਰੀਡਿੰਗ ਹੈ ਨਾ, ਹੁਣ ਰੀਡਿੰਗ ਔਰ ਰਾਈਟਿੰਗ ਦੋਨਾਂ 'ਚ ਹੀ ਬੱਚੇ ਦਾ ਸਕੋਰ 5.5 ਤੇ ਸਟਕ ਹੋ ਗਿਆ। ਹਰਮਨ ਹੁਣ ਤੁਹਾਡੀ ਕੀ ਦਿੱਕਤ ਹੈ ਕਿ ਜਿਵੇਂ ਤੁਹਾਡਾ 7 ਲਿਸਨਿੰਗ 'ਚ ਦੱਸਿਆ, ਹਾਂਜੀ ਲਿਸਨਿੰਗ 'ਚ ਇਹਨਾਂ ਦਾ 7 ਲਿਸਨਿੰਗ 'ਚ 7 ਔਰ ਸਪੀਕਿੰਗ 'ਚ ਤੁਹਾਡਾ 6 ਆਇਆ ਹੈਗਾ, ਠੀਕ ਹੈ ਜੀ। ਹੁਣ ਲਿਸਨਿੰਗ ਕੀ ਹੈ ਹਰਮਨ? ਪ੍ਰੈਕਟੀਕਲ ਸਬਜੈਕਟ ਹੈਗਾ, ਉਹਦੇ 'ਚ ਬਹੁਤ ਅੱਛੀ ਗੱਲ ਹੈ ਤੁਸੀਂ 7 ਦਾ ਸਕੋਰ ਕੀਤਾ ਹੈ। ਇਹ ਈਵਨ 9 ਤੱਕ ਵੀ ਜਾ ਸਕਦਾ ਹੈ ਕਿਉਂਕਿ ਇਟਸ ਅ ਪ੍ਰੈਕਟੀਕਲ ਸਬਜੈਕਟ। ਤੁਸੀਂ ਕੁਐਸਚਨ ਸੁਣਨੇ, ਸੇਮ ਕੁਐਸਚਨਸ ਹੈ, ਯੂ ਨੀਡ ਟੂ ਹਿਟ ਇਟ ਆਊਟ। ਸਪੀਕਿੰਗ ਦੇ ਵਿੱਚ ਵੀ ਤੁਹਾਨੂੰ ਤਿਆਰੀ ਕਰਵਾ ਕੇ ਉਹਨਾਂ ਨੇ ਜ਼ਰੂਰ ਭੇਜੀ ਹੋਣੀ ਹੈ ਕਿਉਂਕਿ ਕੁਐਸਚਨ ਸਭ ਨੂੰ ਪਤਾ ਹੈ ਕਿ ਫਾਰਮੈਟਡ ਹੁੰਦੇ ਨੇ ਜਾਂ ਆਪਾਂ ਨੂੰ ਪਤਾ ਵੀ ਇਹੀ ਚੀਜ਼ਾਂ ਫਾਇਰ ਹੁੰਦੀਆਂ ਨੇ। ਕੋਈ
ਅੱਛਾ ਪ੍ਰੈਕਟਿਸ ਕਰ ਲੈਂਦਾ ਕੋਈ, ਚਲੋ ਠੀਕ ਹੈ। ਹੁਣ ਜੇ ਆਪਾਂ ਗੱਲ ਕਰੀਏ ਹਰਮਨ ਰੀਡਿੰਗ ਔਰ ਰਾਈਟਿੰਗ ਦੀ, ਤੁਹਾਨੂੰ ਇਹਦੇ ਬਾਰੇ ਸਟ੍ਰੈਟੇਜੀਜ਼ ਨਹੀਂ ਕਲੀਅਰ ਕੀਤੀਆਂ ਗਈਆਂ। ਇਹੀ ਰੀਜ਼ਨ ਹੈ ਕਿ ਤੁਹਾਡਾ ਜਿਹੜਾ ਪੇਪਰ ਆ ਦੋਨੋਂ ਵਾਰੀ ਸਟਕ ਅਪ ਹੋਇਆ। ਹੁਣ ਜੇ ਮੈਂ ਰਾਈਟਿੰਗਸ ਦੀ ਗੱਲ ਕਰਾਂ ਹਰਮਨ, ਤੁਸੀਂ ਹੋ ਸਕਦਾ ਤੁਸੀਂ ਟੈਂਪਲੇਟਸ 'ਚ ਫਸੇ ਹੋ, ਜਾਂ ਤੁਹਾਨੂੰ ਇਹ ਚੀਜ਼ਾਂ ਕਰਵਾ ਕੇ ਭੇਜਿਆ ਗਿਆ ਹੋਵੇ ਵੀ ਆਹੀ ਚੀਜ਼ਾਂ ਲਿਖ ਕੇ ਆਣੀਆਂ ਨੇ, ਇਸ ਤੋਂ ਬਾਹਰ ਜਾਂ ਘੱਟ ਜਾਂ ਵੱਧ ਅਸੀਂ ਨਹੀਂ ਲਿਖ ਸਕਦੇ ਆ। ਇਹ ਰੀਜ਼ਨ ਆ ਕਿ ਬੱਚਾ 5.5 ਤੇ ਕੁਆਲੀਫਾਈ ਹੋਇਆ। ਨਹੀਂ ਤਾਂ ਜੇ ਸਪੀਕਿੰਗ 'ਚ 6 ਹੋਣ ਔਰ ਰਾਈਟਿੰਗ 'ਚ 5.5 ਹੋਣ, ਦੈਟ ਮੀਨਸ ਗ੍ਰਾਮਰ ਦੀ ਕੋਈ ਦਿੱਕਤ ਨਹੀਂ ਹੈ, ਤੁਹਾਡੇ ਬੇਸਿਕਸ ਬਿਲਕੁਲ ਕਲੀਅਰ ਹੈ। ਔਰ ਜੇ ਮੈਂ ਰੀਡਿੰਗ ਦੀ ਗੱਲ ਕਰਾਂ ਹਰਮਨ ਤੁਹਾਡੇ ਨਾਲ, ਤੁਹਾਨੂੰ ਉਹੀ ਚੀਜ਼ ਹੈ, ਟਾਈਮ ਮੈਨੇਜਮੈਂਟ ਨਹੀਂ ਸਿਖਾਈ ਗਈ ਹੈ ਪ੍ਰੋਪਰਲੀ, ਔਰ ਟੈਕਨੀਕਸ ਤੇ ਨਹੀਂ ਵਰਕ ਕੀਤਾ ਗਿਆ ਵੀ ਆਪਾਂ ਜਿਹੜਾ ਆਪਣੇ ਕੁਐਸਚਨਸ ਆ। ਤੁਸੀਂ ਹੁਣੇ ਜ਼ਿਕਰ ਕੀਤਾ ਟੈਂਪਲੇਟਸ ਦਾ, ਹਨਾ, ਬੱਚਿਆਂ ਨੂੰ ਰਾਈਟਿੰਗ ਦੇ ਵਿੱਚ ਦੱਸਿਆ ਜਾਂਦਾ ਵੀ ਹਾਂ ਤੁਸੀਂ ਨਾ ਪਹਿਲੇ ਨੰਬਰ ਤੇ ਆ ਲੈਣਾ 2 ਲਿਖਣੀਆਂ ਨੇ, ਉਦੋਂ ਬਾਅਦ ਲਾਸਟ ਦੇ ਉੱਤੇ ਆ ਲਿਖਣੀ ਹੈ, ਵਿੱਚ ਆ ਤਾਂ ਫਰੇਜ਼ਸ ਤੁਸੀਂ ਐਡ ਕਰਨੀਆਂ ਹੀ ਕਰਨੀਆਂ ਨੇ, ਉਹ ਬੈਨੀਫੀਸ਼ੀਅਲ ਹੁੰਦੀਆਂ ਨੇ ਸਟੂਡੈਂਟ। ਮੈਂ ਉਹੀ ਗੱਲ ਤੁਹਾਨੂੰ ਕਰ ਰਹੀ ਹਾਂ ਨਾ ਮਨਦੀਪ, ਇਹਨਾਂ ਦੀ ਹਰਮਨ ਦੀ ਵੀ ਇਹੀ ਦਿੱਕਤ ਰਹੀ ਹੋਣੀ ਹੈ ਕਿ ਬੱਚੇ ਆਮ ਤੌਰ ਤੇ ਕੀ ਕਰਦੇ ਨੇ, ਲਿਖਦੇ ਨਹੀਂ ਹੈ, ਫ੍ਰੀ ਨਹੀਂ ਹੁੰਦੇ, ਵਾਟ ਵੀ ਕਾਲ ਫ੍ਰੀਲਾਂਸਿੰਗ। ਉਹ ਆਪਣੇ ਹਿਸਾਬ ਨਾਲ ਲਿਖਣ 'ਚ ਬਿਲੀਵ ਨਹੀਂ ਕਰਦੇ। ਅਦਰਵਾਈਜ਼ ਆਇਲਸ ਨੂੰ 250-300 ਵਰਡ ਐਸੇ ਦਾ ਲਿਖਣਾ ਕੋਈ ਦਿੱਕਤ ਨਹੀਂ ਹੈਗੀ ਹੈ। ਤੁਹਾਨੂੰ ਸਿਰਫ ਇੱਕ ਕਨੈਕਸ਼ਨ ਪਤਾ ਹੋਣਾ ਚਾਹੀਦਾ ਵੀ ਪਹਿਲਾਂ ਆਪਾਂ ਸਵਾਲ ਦਾ ਜਵਾਬ ਦੇਣਾ, ਫਿਰ ਆਪਾਂ ਉਹਨੂੰ ਐਕਸਪਲੇਨ ਕਰਨਾ, ਫਿਰ ਉਹਦੇ ਉੱਪਰ ਇੱਕ ਐਗਜ਼ਾਮਪਲ ਸਜਾਣਾ ਔਰ ਫਿਰ ਲੌਕ ਕਰਨਾ। ਕਿੰਨਾ ਕੁ ਮੁਸ਼ਕਿਲ ਹੈ ਇਹ ਪੈਟਰਨ ਨੂੰ ਫੋਲੋ ਕਰਨਾ। ਹੁਣ ਜੇ ਆਪਾਂ ਟੈਂਪਲੇਟ 'ਚ ਫਸ ਗਏ, ਫਿਰ ਆਪਾਂ ਨੂੰ ਬਹੁਤ ਮੁਸ਼ਕਿਲ ਆ। ਉਹ ਮਾੜਾ ਜਿਹਾ ਵੀ ਤੁਹਾਡੀ ਇੱਕ ਲਾਈਨ ਤੋਂ ਉਧਰ ਲੈ ਹੋਈ, ਤੁਹਾਡਾ ਪੇਪਰ ਲੌਸਟ ਹੋ ਜਾਂਦਾ ਹੈ। ਬਿਲਕੁਲ ਜੀ ਬਿਲਕੁਲ। ਸੋ ਤੁਸੀਂ ਸੰਪਰਕ ਕਰ ਸਕਦੇ ਹੈ ਕਿ ਜੇਕਰ ਤੁਹਾਡੇ ਮਨ 'ਚ ਵੀ ਕੋਈ ਸਵਾਲ ਹੈ। ਕਾਲਸ ਅੱਜ ਲਵਾਂਗੇ ਸ਼ੋਅ ਦੇ ਦੌਰਾਨ, ਲੇਕਿਨ ਮੇਰੀ ਵੱਧ ਤੋਂ ਵੱਧ ਇਹੀ ਅੱਜ ਚਰਚਾ ਦਾ ਵਿਸ਼ਾ ਰਹਿਣ ਵਾਲਾ ਹੈ ਕਿ ਤੁਸੀਂ ਕਿੱਦਾਂ ਆਪਣੇ ਸਕੋਰ ਨੂੰ ਹਿੱਟ ਕਰ ਸਕਦੇ ਹੋ, ਕਿੱਦਾਂ ਆਪਣੀ ਮਨਚਾਹਾ ਸਕੋਰ ਹਾਸਲ ਕਰ ਸਕਦੇ ਹੋ, ਕਿਉਂਕਿ ਤੁਹਾਡੇ ਸਵਾਲ ਬਹੁਤ ਜ਼ਿਆਦਾ ਕੀਮਤੀ ਨੇ। ਉਹ ਤਾਂ ਅਸੀਂ ਸ਼ੋਅ ਤੋਂ ਬਾਅਦ ਵੀ ਲੈ ਲਾਂਗੇ। ਸੋ ਤੁਸੀਂ ਕਾਲਸ ਕਰਿਓ, ਕਤਾਰ ਦੇ ਵਿੱਚ ਇੰਤਜ਼ਾਰ ਕਰ ਲਿਓ, ਲੇਕਿਨ ਮੈਡਮ ਕੋਲੋਂ ਜਿਹੜੀ ਜਾਣਕਾਰੀ ਉਹ ਲੈਣੀ ਜ਼ਰੂਰੀ ਹੈ, ਕਿਉਂਕਿ 23 ਸਾਲ ਦਾ ਤਜਰਬਾ ਹੈਗਾ। ਔਰ ਮੈਡਮ ਜਿੱਦਾਂ ਆਮ ਤੌਰ ਤੇ ਕਹਿੰਦੇ ਵੀ ਇੰਗਲਿਸ਼ ਸਿਰਫ ਇੱਕ ਲੈਂਗੁਏਜ ਹੈਗੀ ਹੈ ਨਾ, ਤੇ ਕੀ ਇਹ ਇੰਨਾ ਈਜ਼ੀ ਪੈਟਰਨ ਹੈਗਾ ਜਾਂ ਫਿਰ ਇਹਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ? ਔਰ ਦੂਜੀ ਚੀਜ਼ ਨਾਲ ਇੱਕ ਹੋਰ ਚੀਜ਼ ਐਡ ਆਨ ਕਰਨਾ ਚਾਹੂੰਗੀ ਕਿ ਕੰਸਲਟੈਂਟ ਕਹਿੰਦੇ ਨੇ ਵੀ ਤੁਸੀਂ ਹੁਣ ਆਇਲਸ ਨਹੀਂ ਕਰ ਪਾ ਰਹੇ ਤਾਂ ਆਇਲਸ ਦੀ ਈਜ਼ੀ ਫਾਰਮ ਪੀਟੀ ਹੈ, ਤੁਸੀਂ ਪੀਟੀ ਕਰ ਲਓ, ਤਾਂ ਕਿ ਉਹ ਵਾਕਿਆ ਬਹੁਤ ਜ਼ਿਆਦਾ ਈਜ਼ੀ ਹੈਗੀ ਹੈ ਜਾਂ ਫਿਰ ਕੀ ਫਰਕ ਕੀ ਹੈਗਾ ਦੋਨਾਂ ਚੀਜ਼ਾਂ? ਜੀ ਮਨਦੀਪ, ਮੈਂ ਤੁਹਾਡੇ ਕੁਐਸਚਨਸ ਨੂੰ ਸੀਕੁਐਂਸ 'ਚ ਜਵਾਬ ਦੇ ਰਹੀ ਹਾਂ ਜੀ। ਪਹਿਲਾ ਕੁਐਸਚਨ ਤੁਸੀਂ ਜਿਹੜਾ ਮੈਨੂੰ ਫਾਇਰ ਕੀਤਾ ਹੈਗਾ ਕਿ ਆਇਲਸ ਹਊਆ ਕਿਉਂ ਬਣਾਇਆ ਹੋਇਆ, ਉਹ ਰੀਜ਼ਨ ਇਹ ਹੈ ਮਨਦੀਪ ਕਿ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਫਿਰ ਆਪਣੀ ਗੱਲ ਰਿਪੀਟ ਕਰ ਰਹੀ ਹਾਂ ਵੀ ਕੋਈ ਮਾੜਾ ਕਰਾ ਰਿਹਾ ਕੋਈ ਅੱਛਾ ਕਰਾ ਰਿਹਾ। ਇੱਕ ਲੈਂਗੁਏਜ ਹੈ, ਲੈਂਗੁਏਜ ਦਾ ਇੱਕ ਸਿੰਪਲ ਜਿਹਾ ਰੂਲ ਆ, ਇੱਕ ਫੰਡਾਮੈਂਟਲ ਆ, ਆਪਾਂ ਸਿਰਫ ਉਹਨੂੰ ਇੱਕ ਫੋਲੋ ਕਰ ਲਈਏ ਔਰ ਇੱਕ ਅੱਛੇ ਇੰਸਟੀਚਿਊਟ ਤੋਂ, ਜਿਵੇਂ ਮੈਂ ਆਪਣੀ ਗੱਲ ਵੀ ਕਰਾਂ, ਇੱਕ ਅੱਛੇ ਇੰਸਟੀਚਿਊਟ ਤੋਂ ਆਪਾਂ ਟੈਕਨੀਕ ਸਿੱਖ ਲਈਏ ਔਰ ਵਧੀਆ ਪੇਪਰਸ ਤੇ ਪ੍ਰੈਕਟਿਸ ਕਰੀਏ, ਤਾਂ ਫਿਰ ਪੇਪਰ ਤੁਹਾਡਾ ਬਿਲਕੁਲ ਪਹਿਲੀ ਵਾਰ ਚ ਕਲੀਅਰ ਹੋਣਾ ਹੀ ਹੋਣਾ ਹੈ ਜੀ। ਮੈਨੂੰ 23 ਸਾਲ ਹੋ ਗਏ ਨੇ ਇਸ ਪ੍ਰੋਫੈਸ਼ਨ ਦੇ ਵਿੱਚ, ਮੈਂ ਆਪਣੀ ਗੱਲ ਨੂੰ ਫਿਰ ਰਿਪੀਟ ਕਰ ਰਹੀ ਹਾਂ। ਹਜ਼ਾਰਾਂ ਸਟੂਡੈਂਟਸ ਆ ਜਿਹੜਾ ਬਿਲਕੁਲ ਪਹਿਲੀ ਵਾਰ ਚ ਮੇਰਾ ਪੇਪਰ ਕੁਆਲੀਫਾਈ ਕਰਕੇ ਨਿਕਲਿਆ ਹੋਇਆ ਹੈ ਇੱਥੋਂ। ਹੁਣ ਦੂਜੀ ਗੱਲ ਕਰੀਏ ਮੈਮ ਮਨਦੀਪ ਆਪਾਂ ਪੀਟੀ ਦੀ, ਉਹ ਵੀ ਤੁਹਾਡੀ ਗੱਲ ਠੀਕ ਹੈ, ਕਿਸੇ ਹੱਦ ਤੱਕ ਇਹ ਚੀਜ਼ ਠੀਕ ਹੈ, ਲੇਕਿਨ ਇਹ ਉਹਨਾਂ ਬੱਚਿਆਂ ਲਈ ਜ਼ਿਆਦਾ ਅੱਛੀ ਹੈ ਜਿਹੜੇ ਕੰਪਿਊਟਰ ਫ੍ਰੈਂਡਲੀ ਹੁੰਦੇ ਨੇ, ਕਿਉਂਕਿ ਆਇਲਸ ਆਪਣਾ ਫਿਰ ਪੇਪਰ ਪੈਨਸਿਲ ਟੈਸਟ ਆ, लेकिन कंप्यूटर वाला पेपर है अपना पीटी, लेकिन पीटी ਦਾ ਲੈਵਲ ਥੋੜਾ ਜਿਹਾ ਆਪਾਂ ਈਜ਼ੀ ਕਹਿ ਕੇ ਚੱਲਦੇ ਹਾਂ, ਕਿਉਂਕਿ ਇਹਦੇ ਚ ਕੀ ਹੁੰਦਾ ਹੈਗਾ, ਤੁਹਾਡੀ ਜਿਹੜੀ ਜਜਮੈਂਟ ਹੈ, ਅਸੈਸਮੈਂਟ ਹੈ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਹੁੰਦੀ ਹੈ। ਸੋ ਤੁਹਾਡਾ ਕੰਟੈਂਟ ਆ ਜਿਹੜਾ, ਜਾਂ ਤੁਸੀਂ ਜੋ ਚੀਜ਼ ਉੱਥੇ ਪ੍ਰੈਜ਼ੈਂਟ ਕਰਕੇ ਆਇਓ ਉਸ ਤੇ ਤੁਹਾਨੂੰ ਨੰਬਰ ਮਿਲਦੇ ਨੇ, ਤਾਂ ਕਰਕੇ ਪੀਟੀ ਈਜ਼ੀਅਰ ਹੈ। ਔਰ ਮੈਂ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹੂੰਗੀ ਮਨਦੀਪ ਤੁਹਾਡੇ ਨਾਲ ਵੀ ਤੇ ਦਰਸ਼ਕਾਂ ਨਾਲ ਵੀ, ਕਿ ਪੀਟੀ ਨਾਲ ਗਾਇਸ ਹੁਣ ਤੁਸੀਂ ਸਿਰਫ ਆਸਟ੍ਰੇਲੀਆ ਨਿਊਜ਼ੀਲੈਂਡ ਹੀ ਟਾਰਗੇਟ ਨਹੀਂ ਕਰੋਗੇ, ਹੁਣ ਤੁਸੀਂ ਕੈਨੇਡਾ ਬਹੁਤ ਵਧੀਆ ਟਾਰਗੇਟ ਕਰ ਸਕਦੇ ਹੋ। ਤੁਸੀਂ ਆਓ, ਸਾਡੇ ਰੀਸੈਂਟ ਵੀਜ਼ਾਸ ਦੇਖੋ ਜਿਹੜੇ ਪੀਟੀ ਦੇ ਸਕੋਰ ਤੇ ਲੱਗੇ ਹੋਏ ਨੇ, ਔਰ ਬੱਚਿਆਂ ਨੂੰ ਬਿਲਕੁਲ ਐਸਟੀਐਸ ਕਾਲਜਸ ਦੇ ਵਿੱਚ ਪੀਟੀ ਕਰਕੇ ਐਨਰੋਲਮੈਂਟਸ ਹੋਈਆਂ ਨੇ, ਬੱਚੇ ਹੁਣ ਫਲਾਈ ਕਰ ਰਹੇ ਨੇ ਕੈਨੇਡਾ ਲਈ। ਜੀ ਅੱਛਾ, ਮਤਲਬ ਤੁਹਾਡੇ ਕੋਲ ਜਿਹੜੇ ਸਟੂਡੈਂਟ ਆਇਲਸ ਜਾਂ ਪੀਟੀ ਕਰਨ ਲਈ ਆਉਂਦੇ ਆ ਤਾਂ ਉਹਨਾਂ ਨੇ ਆਪਣੇ ਸੁਪਨਿਆਂ ਦੀ ਨਗਰੀ ਵੱਲ ਜੇਕਰ ਉਡਾਨ ਭਰਨੀ ਆ ਤਾਂ ਉਹਦੇ ਚ ਵੀ ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ? ਜੀ ਬਿਲਕੁਲ ਬਿਲਕੁਲ, ਤੁਸੀਂ ਵੀਜ਼ਾ ਐਡਵਾਈਸ ਵੀ ਦਿੰਦੇ ਹੋ? ਬਿਲਕੁਲ ਮੈਮ ਬਿਲਕੁਲ, ਸਾਡਾ ਆਲਮੋਸਟ 100% ਸਕਸੈਸ ਰੇਟ ਹੈ, ਔਰ ਐਕਸਪਰਟੀਜ਼ ਸਾਡੀ ਰਿਫਿਊਜ਼ਲ ਕੇਸਿਸ ਚ ਵੀ ਬਹੁਤ ਵਧੀਆ ਹੈਗੀ ਹੈ। ਉਹਦੇ ਬਾਰੇ ਜੇ ਤੁਸੀਂ ਜਾਣਕਾਰੀ ਲੈਣੀ ਤੇ ਕਾਈਂਡਲੀ ਆਪਣੇ ਪ੍ਰੋਫਾਈਲ ਸਾਡੇ ਨਾਲ ਸ਼ੇਅਰ ਕਰ ਲਓ, ਸਾਡੀ ਟੀਮ ਤੁਹਾਨੂੰ ਕੰਟੈਕਟ ਕਰੇਗੀ ਵਿਦਿਨ 24 ਆਵਰਸ। ਬਿਲਕੁਲ ਜੀ ਬਿਲਕੁਲ। ਬਾਕੀ ਅਸੀਂ ਫੇਸਬੁੱਕ ਤੇ ਵੀ ਲਾਈਵ ਹਾਂ, ਅਸੀਂ ਲਿਵਿੰਗ ਇੰਡੀਆ ਨਿਊਜ਼ ਦੇ ਫੇਸਬੁੱਕ ਪੇਜ ਤੇ ਲਾਈਵ ਹਾਂ, ਅਸੀਂ IISc ਓਵਰਸੀਜ਼ ਐਜੂਕੇਸ਼ਨ ਸਰਵਿਸਿਜ਼ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਹਾਂ। ਉਧਰ ਤੁਸੀਂ ਪ੍ਰੋਫਾਈਲ ਤੇ ਵਿਜ਼ਿਟ ਕਰ ਸਕਦੇ ਹੋ, ਉਧਰ ਵੀ ਤੁਸੀਂ ਦੇਖ ਸਕਦੇ ਹੈਗੇ ਕਿ ਕਿੰਨਾ ਸਕਸੈਸ ਰੇਟ ਵਧੀਆ ਚੱਲ ਰਿਹਾ ਹੈ, ਔਰ ਡੇਲੀ ਦੀ ਜੋ ਵੀ ਅਪਡੇਟ ਹੁੰਦੀ ਹੈ ਉਹ ਤੁਹਾਡੇ ਨਾਲ ਲਗਾਤਾਰ ਸਾਂਝੀ ਕੀਤੀ ਜਾਂਦੀ ਹੈ। ਸਾਡੇ ਰੀਸੈਂਟ ਵੀਜ਼ਾਸ ਹੈ, ਸਾਰੇ ਸਾਡੇ ਅਪਡੇਟ ਹੁੰਦੇ ਨੇ, ਸਾਰਾ ਕੁਝ ਅਪਡੇਟ ਹੁੰਦਾ ਹੈ, ਤੁਸੀਂ ਉਧਰ ਵੀ ਵਿਜ਼ਿਟ ਕਰ ਸਕਦੇ ਹੋ। ਔਰ ਮੰਚ ਕੋਈ ਵੀ ਸਵਾਲ ਹੈ, ਨੰਬਰ ਡਿਸਪਲੇ ਕਰ ਰਹੇ ਹਾਂ ਤੁਹਾਡੇ ਨਾਲ, ਸ਼ੋਅ ਦੇ ਦੌਰਾਨ ਕਾਲ ਕਰ ਲਓ, ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰ ਲਿਓ। ਅੱਛਾ, ਇੱਕ ਹੋਰ ਜਦੋਂ ਸ਼ੋਅ ਦੀ ਆਪਾਂ
ਇੱਕ ਚੀਜ਼ ਹੋਰ ਮੈਡਮ ਜ਼ਰੂਰ ਸਲਾਹ ਦੇ ਦਿਓ। ਹੁਣ ਜਿਹੜੇ ਤਾਂ ਲੁਧਿਆਣੇ ਬੈਠੇ ਉਹ ਤਾਂ ਈਜ਼ੀਲੀ ਤੁਹਾਡੇ ਕੋਲ ਆ ਜਾਣਗੇ, ਪਰ ਅੱਜ ਕੱਲ ਜਿਵੇਂ ਕਰੋਨਾ ਕਾਲ ਦੇ ਦੌਰਾਨ ਇੱਕ ਆਪਾਂ ਕਹਿ ਦਈਏ ਆਨਲਾਈਨ ਪੈਟਰਨ ਸ਼ੁਰੂ ਹੋ ਗਿਆ। ਜੀ ਜੀ, ਤੁਸੀਂ ਵੀ ਸਰਵਿਸਿਜ਼ ਬਿਲਕੁਲ ਦੇ ਰਹੇ ਹੋ ਬਿਲਕੁਲ ਆਨਲਾਈਨ ਟ੍ਰੈਂਡ ਦੇ ਨਾਲ ਚੱਲਣਾ ਪੈਂਦਾ ਜੀ, ਜੇ ਮਾਰਕੀਟ 'ਚ ਰਹਿਣਾ ਹੈਗਾ ਜੀ। ਬਿਲਕੁਲ ਅਸੀਂ ਵੀ ਆਨਲਾਈਨ ਪ੍ਰੋਵਾਈਡ ਕਰਦੇ ਹਾਂ ਜੀ। ਸਾਡੀ ਬੇਸ਼ੱਕ ਤੁਸੀਂ ਡੈਮੋ ਲੈ ਕੇ ਸੈਟੀਸਫਾਈ ਹੋਵੋ ਕਿ ਸਾਡਾ ਆਨਲਾਈਨ ਸਿਸਟਮ ਹੋਰਾਂ ਨਾਲੋਂ ਕਿਵੇਂ ਡਿਫਰੈਂਟ ਹੈ ਜੀ। ਬੱਚਿਆਂ ਨੂੰ ਬਿਲਕੁਲ ਇਹ ਚੀਜ਼ ਫੀਲ ਨਹੀਂ ਹੋਏਗੀ ਕਿ ਅਸੀਂ ਆਨਲਾਈਨ ਤਿਆਰੀ ਕਰਵਾ ਰਹੇ ਹਾਂ। ਠੀਕ ਹੈ, ਜਿਹੜੀ ਮੇਰੀ ਟੀਮ ਹੈ ਜੀ ਬਿਲਕੁਲ ਤੁਹਾਡੇ ਨਾਲ ਆਨਲਾਈਨ ਬੈਠਦੀ ਹੈ, ਕੈਮਰਸ ਤੇ ਬੈਠਦੀ ਹੈ, ਕਲਾਸਰੂਮ ਵਾਂਗ ਸਾਡੀ ਕੋਚਿੰਗ ਹੁੰਦੀ ਹੈ ਆਨਲਾਈਨ ਵੀ। ਤੁਸੀਂ ਜ਼ਰੂਰ ਉਹਦਾ ਡੈਮੋ ਲਓ ਜੀ। ਬਿਲਕੁਲ ਜੀ। ਸੋ ਜੇਕਰ ਤੁਸੀਂ ਘਰ ਬੈਠੇ ਵੀ ਆਪਣੀ ਸਟੱਡੀ ਕੰਪਲੀਟ ਕਰਨਾ ਚਾਹੁੰਦੇ ਹੋ, ਤੁਹਾਨੂੰ ਸਿਰਫ ਆਪਣੇ ਜਿਹੜਾ ਟਾਈਮ ਹੈ, ਬੇਸ਼ਕੀਮਤੀ ਟਾਈਮ ਹੈ, ਉਹ ਦੇਣਾ ਪਏਗਾ, ਆਪਣੀ ਡੈਡੀਕੇਸ਼ਨ ਦੇਣੀ ਪਏਗੀ। ਸਕੋਰ ਤੁਹਾਨੂੰ ਜਿੰਨਾ ਟਾਈਮ ਪੀਰੀਅਡ ਤੁਹਾਨੂੰ ਕਿਹਾ ਜਾਏਗਾ ਉਹਦੇ ਵਿੱਚ ਤੁਹਾਨੂੰ ਦਵਾਇਆ ਜਾਏਗਾ, ਤੁਹਾਨੂੰ ਇੰਨੀ ਵਧੀਆ ਸਟ੍ਰੈਟਜੀ ਨਾਲ ਤਿਆਰੀ ਕਰਵਾਈ ਜਾਏਗੀ। ਨੈਕਸਟ ਕਾਲਰ ਨਾਲ ਨੇ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਸੁਣ ਪਾ ਰਹੇ ਹੋ? ਪਹੁੰਚ ਰਹੀ ਆਵਾਜ਼ ਤੁਹਾਡੇ ਤੱਕ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਨਾਮ ਹੈ, ਕੀ ਸਵਾਲ ਹੈ ਸਰ? ਮੈਂ ਆਪਣੇ ਬੇਟੇ ਬਾਰੇ ਪੁੱਛਣਾ। ਪਲੀਜ਼ ਪ੍ਰੋਫਾਈਲ ਦੱਸੋ ਜੀ, ਕੀ ਹੈ ਪ੍ਰੋਫਾਈਲ? ਬੇਟੇ ਨੇ ਮੈਂ +2 ਨॉन ਮੈਡੀਕਲ ਕੀਤੀ ਹੈ ਤੇ ਆਈਲੈਟਸ ਦੇ 5% ਹੈ ਜੀ। +2 ਨॉन ਕੈਨੇਡਾ ਅਪਲਾਈ ਕੀਤਾ ਹੋਇਆ ਜਨਵਰੀ ਦਾ। ਠੀਕ ਹੈ ਜੀ। ਹਾਂਜੀ, ਵੇਟ ਕਰ ਰਹੇ ਹੋ, ਇੰਤਜ਼ਾਰ ਕਰ ਰਹੇ ਹੋ ਰਿਜ਼ਲਟ ਦਾ? ਹਾਂਜੀ ਮੈਮ, 30 ਹਫ਼ਤੇ ਹੋ ਚੁੱਕੇ ਹਨ। ਥੈਂਕ ਯੂ ਸੋ ਮਚ ਸਾਡੇ ਸ਼ੋਅ ਦੇ ਵਿੱਚ ਕਾਲ ਕਰਨ ਲਈ। ਬਹੁਤ ਬਹੁਤ ਧੰਨਵਾਦ। ਇੰਤਜ਼ਾਰ ਤੁਸੀਂ ਕਰ ਰਹੇ ਹੋ। ਜਦੋਂ ਤੁਸੀਂ ਐਪਲੀਕੇਸ਼ਨ ਜਿੱਥੋਂ ਅਪਲਾਈ ਕਰਦੇ ਹੋ, ਤੁਹਾਨੂੰ ਇਹਦਾ ਜਵਾਬ ਉਹੀ ਦੱਸ ਸਕਦਾ ਹੈ ਕਿ ਤੁਹਾਡੀ ਐਪਲੀਕੇਸ਼ਨ ਕਿੱਥੋਂ ਤੱਕ ਪਹੁੰਚੀ ਹੈਗੀ ਹੈ। ਸੋ ਸਾਡੇ ਸ਼ੋਅ 'ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੋਅ ਤੋਂ ਬਾਅਦ ਕਾਲ ਕਰ ਲਿਓ। ਫਰੈਸ਼ਰ ਵਿਦਿਆਰਥੀਆਂ ਨੂੰ ਡੈਡੀਕੇਟਡ ਸ਼ੋਅ ਹੈਗਾ, ਜਿਹੜੇ ਵਿਦਿਆਰਥੀ ਹਲੇ ਮਾਈਂਡ ਮੇਕਅਪ ਕਰ ਰਹੇ ਨੇ ਕਿ ਜਾਣਾ ਹੈਗਾ, ਉਹਨਾਂ ਦਾ ਬੇਸਿਕ ਸਟੈਪ ਕੀ ਹੈ, ਉਹਨੂੰ ਮੱਦੇਨਜ਼ਰ ਰੱਖ ਕੇ ਅੱਜ ਦਾ ਅਸੀਂ ਸ਼ੋਅ ਲੈ ਕੇ ਆਏ ਹਾਂ। ਜਿਨ੍ਹਾਂ ਨੇ ਐਪਲੀਕੇਸ਼ਨ ਅਪਲਾਈ ਕਰਨੀ ਹੈ ਉਹਨਾਂ ਦਾ ਕਰਕੇ ਸ਼ੋਅ ਲੈ ਕੇ ਆਏ। ਸੋ ਸਾਡੇ ਸ਼ੋਅ 'ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਭੂਮਿਕਾ ਬੰਨੀ ਉਸ ਵਾਲੇ ਗੱਲ ਕੀਤੀ ਸੀ ਨੈਨੀ ਦੀ, ਹੈ ਨਾ ਜੀ ਮੈਮ। ਨੈਨੀ ਅੱਜ ਤੋਂ ਕੁਝ ਸਾਲ ਪਹਿਲਾਂ ਚਰਚਾ ਦੇ ਵਿੱਚ ਆਇਆ, ਫਿਰ ਇੱਕਦਮ ਨਾ ਡੱਬਾ ਬੰਦ ਹੋ ਗਿਆ, ਹੁਣ ਫਿਰ ਤੋਂ ਨੈਨੀ ਚਰਚਾ ਦੇ ਵਿੱਚ ਆ ਗਿਆ। ਬਿਲਕੁਲ ਮੈਮ, ਬਿਲਕੁਲ। ਤੇ ਨੈਨੀ ਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਸਕਸੈਸ ਰੇਟ ਜਾਨਣਾ ਚਾਹੂੰਗੀ, ਤੇ ਦੂਜਾ ਇਹ ਵੀ ਕਿਹੜੇ ਮੁਲਕ ਜਾਣਾ ਹੈ ਜਿਹਦੇ ਵਾਸਤੇ, ਕਿਹੜੇ ਮੁਲਕ ਜਾਈਏ ਜਿਹਦੇ ਵਾਸਤੇ ਨੈਨੀ ਬੈਨੀਫੀਸ਼ੀਅਲ ਹੈਗੀ ਹੈ, ਤੇ ਨੈਨੀ ਨੂੰ ਕੌਣ ਕਰ ਸਕਦਾ। ਇੱਕ ਦੇ ਨਾਲ ਹੀ 4-5 ਸਵਾਲ ਨੇ। ਬਿਲਕੁਲ ਮਨਦੀਪ, ਬਿਲਕੁਲ। ਆਪਾਂ ਫੇਰ ਸ਼ੁਰੂ ਕਰਦੇ ਹਾਂ। ਪਹਿਲੀ ਚੀਜ਼ ਜਿਹੜਾ ਏਜ ਫੈਕਟਰ ਹੈ ਜੀ, 18 ਇਅਰਸ ਤੋਂ ਲੈ ਕੇ 45 ਇਅਰਸ ਤੱਕ ਤੁਸੀਂ ਨੈਨੀ 'ਚ ਜਾ ਸਕਦੇ ਹੈਗੇ ਹੋ। ਇਹਦਾ ਪਹਿਲਾ ਬੈਨੀਫਿਟ। ਦੂਸਰਾ ਬੈਨੀਫਿਟ ਇਹ ਹੈ ਜੀ, ਤੁਹਾਡਾ ਸਟੱਡੀ ਗੈਪ ਇਹਦੇ 'ਚ ਕੁਝ ਵੀ ਕਾਊਂਟ ਨਹੀਂ ਹੁੰਦਾ। ਤੁਸੀਂ +2 ਮਿਨੀਮਮ ਕੀਤੀ ਹੋਵੇ ਜੀ, 1 ਸਾਲ ਦਾ ਤੁਹਾਡੇ ਕੋਲ ਡਿਪਲੋਮਾ ਹੋਵੇ, ਉਸ ਤੋਂ ਬਾਅਦ ਚਾਹੇ ਜਿੰਨਾ ਵੀ ਤੁਹਾਡਾ ਸਟੱਡੀ ਗੈਪ ਹੋਵੇ, ਨੈਨੀ ਦੀ ਪ੍ਰੋਫਾਈਲ 'ਚ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਜਿਹੜਾ ਇਹਦਾ ਤੀਸਰਾ ਬੈਨੀਫਿਟ ਹੈ ਦਰਸ਼ਕੋ ਤੁਹਾਨੂੰ, ਇਹ ਆ ਕਿ ਤੁਹਾਡੀ ਫੈਮਿਲੀ ਨਾਲ ਜਾਂਦੀ ਹੈ। ਇਹ ਨਹੀਂ ਹੈਗਾ ਵੀ ਤੁਸੀਂ ਇਕੱਲਾ ਨੈਨੀ, ਚਾਹੇ ਲੜਕਾ ਹੈ ਜਾਂ ਲੜਕੀ ਹੈ, ਉਹ ਇਕੱਲੇ ਚਲੇ ਜਾਣਗੇ, ਤਾਂ ਫੈਮਿਲੀ ਨਹੀਂ ਜਾ ਸਕਦੀ ਹੈ। ਹੁਣ 2018 ਤੋਂ ਬਾਅਦ ਜਿਹੜਾ ਨਵਾਂ ਪਾਇਲਟ ਪ੍ਰੋਗਰਾਮ ਆਇਆ ਹੈਗਾ ਕੈਨੇਡਾ ਸਰਕਾਰ ਵੱਲੋਂ, ਉਹਨਾਂ ਨੇ ਤੁਹਾਨੂੰ ਕੀ ਕੀਤਾ ਹੈ, PR ਦੀ ਫੈਸਿਲਿਟੀ ਦਿੱਤੀ ਹੈ। ਇਸ ਲਈ ਜਿਹੜੀ ਤੁਹਾਡੀ ਫਾਈਲ ਆ 2 ਸਾਲ ਦੇ ਵਰਕ ਪਰਮਿਟ ਤੋਂ ਬਾਅਦ ਤੁਹਾਡੀ ਆਟੋਮੈਟਿਕਲੀ ਤੁਸੀਂ PR ਦੀ ਪ੍ਰੋਸੈਸਿੰਗ 'ਚ ਪਾਉਂਦੇ ਹੋ ਤੇ ਤੁਹਾਨੂੰ PR ਮਿਲ ਜਾਂਦੀ ਉਹਦੇ ਵਿੱਚ। ਠੀਕ ਹੈ। ਅੱਛਾ, ਨੈਨੀ ਬਹੁਤ ਸਾਰੇ ਇੰਸਟੀਚਿਊਟ ਕਰਵਾਉਂਦੇ ਨੇ, ਤੁਸੀਂ ਕਿਹਨਾਂ ਨਾਲ ਪ੍ਰਮਾਣਿਤ ਹੈਗੇ ਹੋ? ਕਿ ਬੱਚਿਆਂ ਦੇ ਨਾਲ ਜਿੱਦਾਂ ਹੁੰਦਾ ਹੈ ਨਾ, ਬੱਚਿਆਂ ਨੂੰ ਡਰ ਵੀ ਹੁੰਦਾ ਹੈ ਕਿ ਕੀ ਵਾਕਈ ਇਹ ਸਰਟੀਫਾਈਡ ਹੈ ਕਿ ਨਹੀਂ ਹੈ। ਹਾਂਜੀ, ਬਿਲਕੁਲ ਉਹਦੇ ਬਾਰੇ ਇਹ ਰੋਜ਼ ਦਾ ਕੰਮ ਹੈ ਮਨਦੀਪ। ਕਈ ਲੋਕ ਹੁਣ ਫਿਰ ਉਹੀ ਗੱਲ ਆ ਜਾਂਦੇ, ਸਾਡੇ ਕੋਲ ਕਈ ਇੰਸਟੀਚਿਊਟਸ ਤੋਂ ਕਰਕੇ ਆਉਂਦੇ ਨੇ, ਜਦ ਕਿ ਨਾ ਪ੍ਰੋਪਰ ਰੈਕਗਨੀਸ਼ਨ ਹੈ ਉਹਨਾਂ ਕੋਲ, ਨਾ ਹੀ ਪ੍ਰੋਪਰ ਸਬਜੈਕਟ ਮੈਟਰ ਹੈਗਾ। ਮੈਂ ਦਰਸ਼ਕਾਂ ਨੂੰ ਬਹੁਤ ਸਟਰੋਂਗਲੀ ਦੱਸਦਾ ਗਾਇਸ ਕਿ ਪਲੀਜ਼ ਮਿਸਗਾਈਡ ਨਾ ਹੋਵੋ, ਕਿਉਂਕਿ ਇਹ ਜਿਹੜਾ ਨੈਨੀ ਹੈ ਉਹ ਫਸਟ ਆਫ ਆਲ INA ਤੋਂ ਐਫੀਲੀਏਟਡ ਹੋਣਾ ਚਾਹੀਦਾ ਹੈ। ਮੇਰੀ ਆਰਗੇਨਾਈਜੇਸ਼ਨ INA ਤੋਂ ਐਫੀਲੀਏਟਡ ਹੈ, ਜਿਹੜੀ ਹੈਗੀ ਇੰਟਰਨੈਸ਼ਨਲ ਨੈਨੀ ਆਰਗੇਨਾਈਜੇਸ਼ਨ ਸ਼ਿਕਾਗੋ। ਤੁਸੀਂ ਚਾਹੋ ਤਾਂ ਚੈੱਕ ਕਰੋ, ਉੱਥੇ ਸਭ ਤੋਂ ਪੁਰਾਣਾ ਇੰਸਟੀਚਿਊਟ ਮੇਰਾ ਹੀ ਹੈ ਉੱਥੇ, ਜਿਹੜਾ 23 ਇਅਰਸ ਪੁਰਾਣਾ ਹੈਗਾ। ਠੀਕ ਹੈ। ਸੈਕੰਡ ਜਿਹੜਾ ਤੁਹਾਨੂੰ ਬੈਨੀਫਿਟ ਗਾਇਸ ਮੇਰੇ ਇੰਸਟੀਚਿਊਟ ਤੋਂ ਮਿਲਣਾ, ਉਹ ਇਹ ਆ ਵੀ ਜਿਹੜਾ ਨੈਨੀ ਦਾ ਕੋਰਸ ਆ, ਮੈਂ ਅੰਡਰ ਮੈਡੀਕਲ ਪ੍ਰੋਫੈਸ਼ਨਲਸ ਰਨ ਕਰਦੀ ਹਾਂ ਇੱਥੇ। ਇੰਸਟੀਚਿਊਟਸ ਦੇ ਵਿੱਚ ਤਾਂ ਕੋਈ ਵੀ ਉੱਠ ਕੇ ਤੁਹਾਨੂੰ ਪੜ੍ਹਾ ਦਿੰਦਾ ਹੋਏਗਾ, ਬਟ ਇੱਥੇ ਇੱਕ ਪ੍ਰੋਪਰ ਸਿਸਟਮ ਹੈ ਉਹਦਾ। ਤੁਹਾਡੀ ਟ੍ਰੇਨਿੰਗ ਮੈਡੀਕਲ ਪ੍ਰੋਫੈਸ਼ਨਲਸ ਨੇ ਕਰਵਾਉਣੀ ਹੈ। ਜਿਹੜੀ ਤੁਹਾਡੀਆਂ CPR ਆ, ਰੈੱਡ ਕਰਾਸ ਆ, ਇਹ ਪ੍ਰੋਪਰ ਪ੍ਰਮਾਣਿਤ ਜਗ੍ਹਾ ਤੋਂ ਹੋਣੀਆਂ ਨੇ। ਉਸ ਤੋਂ ਬਾਅਦ ਤੁਹਾਡੀ ਜਿਹੜੀ ਫਾਈਲ ਆ ਉਹ ਪ੍ਰੋਪਰਲੀ ਰੈਡੀ ਹੁੰਦੀ ਹੈ। ਔਰ ਇਨਫੈਕਟ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ, ਇੰਟਰਵਿਊ ਕੁਐਸਚਨਸ। ਹੁਣ ਸਾਡੇ ਕੋਲ ਕਈ ਸਟੂਡੈਂਟਸ ਆਉਂਦੇ ਨੇ ਮਨਦੀਪ, ਇੰਸਟੀਚਿਊਟਸ ਉਹਨਾਂ ਨੂੰ ਸਰਟੀਫਿਕੇਟ ਦੇ ਦਿੰਦੇ ਨੇ, ਕੋਈ ਟ੍ਰੇਨਿੰਗਸ ਨਹੀਂ ਹੁੰਦੀਆਂ ਉਹਨਾਂ ਕੋਲ, ਕੋਈ ਰੈੱਡ ਕਰਾਸ ਨਹੀਂ ਹੁੰਦਾ ਹੈਗਾ। ਸੋ ਇਸ ਲਈ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਆ
ਕਿ ਪਲੀਜ਼ ਤੁਸੀਂ ਮਿਸਗਾਈਡ ਨਾ ਹੋਵੋ, ਸਹੀ ਇੰਸਟੀਚਿਊਟ ਤੇ ਜੁਆਇਨ ਕਰੋ ਤਾਂ ਕਿ ਤੁਹਾਨੂੰ ਪ੍ਰੋਪਰ ਤੁਹਾਨੂੰ ਕੋਈ ਗਾਈਡੈਂਸ ਮਿਲ ਸਕੇ ਇਹਦੇ ਵਿੱਚ। ਬਿਲਕੁਲ, ਤੁਹਾਨੂੰ ਜਿਹੜੀ ਸਹੀ ਤੇ ਸਟੀਕ ਜਾਣਕਾਰੀ ਹੈ ਸਾਨੂੰ ਅਸੀਂ ਹਰ ਰੋਜ਼ ਤੁਹਾਨੂੰ ਇਸ ਸ਼ੋਅ ਦੇ ਰਾਹੀਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਤੁਸੀਂ ਵੀ ਨੈਨੀ ਕਰਨਾ ਚਾਹੁੰਦੇ ਹੋ, 18 ਸਾਲ ਤੁਹਾਡੀ ਉਮਰ ਹੋ ਚੁੱਕੀ ਹੈ, ਤਾਂ ਤੁਸੀਂ ਵੀ ਭਾਗ ਲੈ ਸਕਦੇ ਹੋ। ਕਿੰਨੇ ਟਾਈਮ ਦਾ ਕੋਰਸ ਹੈਗਾ ਇਹ, ਡਿਊਰੇਸ਼ਨ ਕਿੰਨੀ ਹੈ? ਮਨਦੀਪ 6 ਮੰਥਸ ਦੀ ਟ੍ਰੇਨਿੰਗ ਹੁੰਦੀ ਹੈ ਜੀ। ਠੀਕ ਹੈ, ਇਹਦੇ ਚ ਤੁਹਾਡੀ ਪ੍ਰੈਕਟੀਕਲਸ ਹੁੰਦੇ ਨੇ ਜੀ, ਥਿਊਰੀ ਹੁੰਦੀ ਹੈ, ਲੈਕਚਰਸ ਹੁੰਦੇ ਨੇ ਔਰ ਵਾਈਵੇ ਹੁੰਦੇ ਨੇ ਜੀ। ਠੀਕ ਹੈ। ਪਲੱਸ 2 ਤੋਂ ਬਾਅਦ ਇਹ ਕਰ ਸਕਦੇ ਨੇ ਕਿ ਪਲੱਸ 2 ਤੋਂ ਬਾਅਦ ਬਿਲਕੁਲ ਕਰ ਸਕਦੇ ਆ ਜੀ, ਲੇਕਿਨ 1 ਸਾਲ ਦਾ ਡਿਪਲੋਮਾ ਨਾਲ ਚਾਹੀਦਾ, ਕਿਉਂਕਿ ਹੁਣ ਪੀਆਰ ਦੀ ਫਾਈਲ ਸਾਰਿਆਂ ਨੂੰ ਪਤਾ ਹੈਗਾ ਵੀ ਵੈਸ ਹੁੰਦੀ ਆ। ਹਾਂ, ਵੈਸ ਦਾ ਮਤਲਬ ਹੁੰਦਾ ਵਰਲਡ ਐਜੂਕੇਸ਼ਨ ਸਰਵਿਸ, ਜੀ। ਉਹ ਤੁਹਾਡੀ ਪਲੱਸ 2 ਤੋਂ ਮਾਨਤਾ ਨਹੀਂ ਦਿੰਦੀ ਆ, ਸੋ ਤੁਹਾਨੂੰ 1 ਸਾਲ ਦਾ ਨਾਲ ਡਿਪਲੋਮਾ ਕਰਨਾ ਪੈਂਦਾ। ਠੀਕ ਹੈ, 1 ਸਾਲ ਦਾ ਡਿਪਲੋਮਾ ਕਰਕੇ ਦੈਨ ਤੁਸੀਂ ਨੈਨੀ ਜੀ। ਤੁਹਾਡੇ ਕੋਲੋਂ ਕਰ ਸਕਦੇ ਨੇ, ਬਿਲਕੁਲ, ਤੇ ਬਿਲਕੁਲ। ਤੁਸੀਂ ਨਾਲ ਦੀ ਨਾਲ ਨੈਨੀ ਦੇ ਨਾਲ ਨਾਲ ਆਇਲਸ ਦੀ ਵੀ ਮੈਂਡੇਟਰੀ ਰਹੇਗੀ। ਹਾਂਜੀ ਇਹ ਵੀ ਹਾਂਜੀ ਜ਼ਰੂਰੀ ਮਨਦੀਪ, ਹੈ। ਹੁਣ ਕਿਉਂਕਿ ਉਹ ਪੀਆਰ ਦੇ ਰਹੀ ਹੈ ਕੈਨੇਡਾ ਸਰਕਾਰ, ਇਸ ਲਈ 5 5.5 ਬੈਂਡ ਮਿਨੀਮਮ ਰਿਕੁਆਇਰਮੈਂਟ ਹੈ। ਵੱਧ ਤੁਸੀਂ ਜਿੰਨੇ ਮਰਜ਼ੀ ਲੈ ਲਓ, ਲੇਕਿਨ ਮਿਨੀਮਮ ਤੁਹਾਨੂੰ 5 ਔਰ 5.5 ਚਾਹੀਦੇ ਨੇ, ਉਹ ਵੀ ਜਨਰਲ ਟ੍ਰੇਨਿੰਗ ਦੇ ਪੇਪਰ ਦੇ ਵਿੱਚ। ਠੀਕ ਹੈ ਜੀ, ਠੀਕ ਹੈ। ਨੰਬਰ ਸਾਂਝੇ ਕਰ ਰਹੇ ਹਾਂ ਜੀ ਤੁਹਾਡੇ ਨਾਲ। ਲਗਾਤਾਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਜ਼ਰੂਰ ਆਪਣੇ ਜਿਹੜੇ ਸਵਾਲ ਹੈ ਸਾਡੇ ਨਾਲ ਤੁਸੀਂ ਡਿਸਕਸ ਕਰ ਸਕਦੇ ਹੈਗੇ ਹੋ। ਬਹੁਤ ਸਾਰੇ ਸਟੂਡੈਂਟ ਹੈ ਜਿਨ੍ਹਾਂ ਨੂੰ ਸਪੀਕਿੰਗ ਦੇ ਵਿੱਚ ਦਿੱਕਤ ਆਉਂਦੀ ਹੈਗੀ, ਕਮਿਊਨੀਕੇਟ ਨਹੀਂ ਕਰ ਸਕਦੇ, ਰੱਟਾਂ ਮਾਰ ਲੈਂਦੇ ਨੇ, ਲੇਕਿਨ ਬਾਹਰ ਜਦੋਂ ਗੱਲ ਕਰਨੀ ਹੁੰਦੀ ਉਦੋਂ ਪ੍ਰੋਬਲਮ ਹੁੰਦੀ ਹੈ। ਜੀ। ਕੀ ਸੁਜੈਸਟ ਕਰਦੇ ਹੋ ਉਹਨਾਂ ਨੂੰ? ਹਾਂਜੀ, ਇਹਦੇ ਲਈ ਇਸ ਤਰ੍ਹਾਂ ਹੈ ਮਨਦੀਪ, ਹੁਣ ਆਮ ਤੌਰ ਤੇ ਲੋਕਾਂ ਨੂੰ ਕਹਿ ਦਿੰਦੇ ਆ ਕਿ ਮਿਰਰ ਸਪੀਕਿੰਗ ਕਰ ਲਓ, ਜਾਂ ਤੁਸੀਂ ਨਿਊਜ਼ਪੇਪਰ ਰੀਡਿੰਗ ਕਰ ਲਓ, ਜਾਂ ਤੁਸੀਂ ਵਰਡਸ ਲਰਨ ਕਰ ਲਓ। ਬਟ ਮੇਰਾ ਇੱਕ ਸਿੰਪਲ ਜਿਹਾ ਸਵਾਲ ਆ ਦਰਸ਼ਕਾਂ ਨੂੰ, ਜੇ ਆਪਾਂ ਨੂੰ ਇੰਨੀ ਅੱਛੀ ਇੰਗਲਿਸ਼ ਆਂਦੀ ਹੋਵੇ, ਅਸੀਂ ਇੰਸਟੀਚਿਊਟ 'ਤੇ ਜਾ ਕੇ ਫੀਸ ਕਿਉਂ ਪੇ ਕਰੀਏ? ਸਾਡਾ ਫਰਜ਼ ਆ ਤੁਹਾਨੂੰ ਇਹ ਚੀਜ਼ਾਂ ਨੂੰ ਸਿਖਾਣਾ। ਸੋ ਮੇਰੇ ਜਿਹੜਾ ਇੰਸਟੀਚਿਊਟ ਦਾ ਸਿਸਟਮ ਹੈ, ਅਸੀਂ ਤੁਹਾਨੂੰ ਸਪੀਕਿੰਗ ਦੀ ਜਿਹੜੀ ਲੈਬਸ ਦੇਈਦੀ ਹੈ, ਉਹਦੇ 'ਚ ਅਸੀਂ ਬੇਸਿਕ ਤੋਂ ਲੈ ਕੇ ਬੱਚਾ 7+ ਬੈਂਡ ਤੇ ਖੜਾ ਕਰ ਦਈਦਾ ਹੈ। ਉਹਦੇ ਤੇ ਮਿਹਨਤ ਹੋਣੀ ਹੈ, ਕਿਉਂਕਿ ਕੁਐਸਚਨਸ ਹੈ, ਤੁਹਾਨੂੰ ਆਨਸਰ ਸਿਖਾਣੇ ਹੈ, ਤੁਹਾਨੂੰ ਸਹੀ ਤਰੀਕੇ ਨਾਲ ਡਿਲੀਵਰ ਕਰਨਾ ਸਿਖਾਣਾ ਹੈ। ਇਹ ਚੀਜ਼ਾਂ ਤੇ ਮਿਹਨਤ ਹੁੰਦੀ ਹੈ ਇੰਸਟੀਚਿਊਟ ਦੇ ਉੱਤੇ। ਬਿਲਕੁਲ ਜੀ, ਬਿਲਕੁਲ। ਸੋ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਜ਼ਰੂਰ ਡਿਸਕਸ ਕਰੋ। ਬੱਚਿਆਂ ਨੇ ਜਿਨ੍ਹਾਂ ਨੇ ਮੰਨ ਲਓ BSc ਕੀਤੀ ਜਾਂ GNM ਕੀਤੀ ਹੋਈ ਹੈ, ਉਹ ਨੈਨੀ ਕਰ ਸਕਦੇ ਨੇ? ਬਹੁਤ ਵਧੀਆ ਕਰ ਸਕਦੇ ਨੇ ਜੀ। ਬੈਨੀਫਿਟ ਰਹੇਗਾ ਉਹਨਾਂ ਨੂੰ? ਜੀ ਜੀ ਮਨਦੀਪ, ਉਹਨਾਂ ਦੀ ਪ੍ਰੋਫਾਈਲ ਨੂੰ ਡੈਫੀਨਿਟਲੀ ਬੈਨੀਫਿਟ ਰਹੇਗਾ, ਠੀਕ ਹੈ। ਕਿਉਂਕਿ ਜਦੋਂ ਫਾਈਲਸ ਪਿਕਅਪ ਹੁੰਦੀਆਂ ਨੇ ਨੈਨੀ ਲਈ, ਜਿਵੇਂ ਪੀਆਰ ਦੀ ਸਭ ਨੂੰ ਪਤਾ ਐਕਸਪ੍ਰੈਸ 'ਚ ਜਾਂਦੀਆਂ ਨੇ, ਇਹ ਪ੍ਰੋਫਾਈਲਸ ਨੂੰ ਬੈਨੀਫਿਟ ਮਿਲਦਾ ਹੀ ਮਿਲਦਾ ਹੈ। ਲੇਕਿਨ ਇੱਕ ਚੀਜ਼ ਦਾ ਪਲੀਜ਼ ਮੇਰੇ ਭਾਈ ਭੈਣ ਕਲੀਅਰ ਰੱਖਣ ਇਸ ਚੀਜ਼ ਨੂੰ, ਇੰਸਟੀਚਿਊਟਸ ਇਹ ਗਾਈਡ ਕਰਦੇ ਨੇ ਸਿਰਫ ਤੁਹਾਨੂੰ ਇਹ ਕਹਿਣ ਦੇ ਮਾਰੇ ਕਿ ਤੁਸੀਂ ਉਹਨਾਂ ਨਾਲ ਕੇਸ ਹੁਕਅਪ ਕਰ ਲਓ ਵੀ ਤੁਹਾਨੂੰ ਨੈਨੀ ਪ੍ਰੋਗਰਾਮ ਦੀ ਕੋਈ ਲੋੜ ਨਹੀਂ ਹੈ। ਉਹਨਾਂ ਸਾਰਿਆਂ ਨਾਲ ਸਿਰਫ ਇੱਕ ਛੋਟਾ ਜਿਹਾ ਸਵਾਲ ਹੈ ਕਿ ਕੈਨੇਡਾ ਸਰਕਾਰ ਨਰਸ ਬੁਲਾ ਰਹੀ ਹੈ ਕਿ ਨੈਨੀ ਬੁਲਾ ਰਹੀ ਹੈ। ਜੇ ਨਰਸ ਨਹੀਂ ਬੁਲਾ ਰਹੀ ਹੈ, ਫਿਰ ਤੁਹਾਨੂੰ ਸਮਝ ਆ ਗਈ ਹੋਏਗੀ ਵੀ ਨੈਨੀ ਦਾ ਕੋਰਸ ਕਰਨਾ ਕਿਉਂ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਠੀਕ ਹੈ ਜੀ। ਸੋ ਨੰਬਰ ਸਾਂਝੇ ਕਰ ਰਹੇ ਹਾਂ, ਸਵਾਲ ਪੁੱਛ ਸਕਦੇ ਹੋ। ਰੀਸੈਂਟਲੀ ਤੁਹਾਡਾ ਹੁਣੇ ਮੈਂ ਫੇਸਬੁੱਕ ਦੇਖਿਆ, ਟੋਫਲ ਦਾ ਸਕਸੈਸ ਰੇਟ ਵਧੀਆ ਦਿਖਾਇਆ, ਰਿਜ਼ਲਟ ਬਹੁਤ ਪੋਜ਼ਿਟਿਵ ਹੈਗੇ ਨੇ। ਕਿਹਨਾਂ ਨੂੰ ਕਰਨੀ ਚਾਹੀਦੀ ਹੈ ਟੋਫਲ? ਟੋਫਲ ਦਾ ਵੀ ਬਹੁਤ ਵਧੀਆ ਤੁਸੀਂ ਸਵਾਲ ਪੁੱਟ ਕੀਤਾ ਮਨਦੀਪ। ਹੁਣ ਤੱਕ ਤਾਂ ਇਸ ਤਰ੍ਹਾਂ ਸੀਗਾ ਕਿ ਜਿਹੜੇ ਬੱਚੇ US ਟਾਰਗੇਟ ਕਰ ਰਹੇ ਸੀ, ਸਿਰਫ ਉਹੀ ਟੋਫਲ ਕਰ ਰਹੇ ਸੀ, ਲੇਕਿਨ ਦਰਸ਼ਕਾਂ ਨੂੰ ਫਿਰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਕੈਨੇਡਾ ਵਿੱਚ STS ਕਈ ਕਾਲਜਸ ਨੇ ਟੋਫਲ ਵੀ ਐਕਸੈਪਟੇਬਲ ਕਰਤਾ ਹੈ, ਔਰ ਟੋਫਲ ਆਇਲਸ ਨਾਲੋਂ ਕਿਤੇ ਈਜ਼ੀ ਪੇਪਰ ਹੈ ਜੇ ਆਪਾਂ ਉਸ ਤਰ੍ਹਾਂ ਗੱਲ ਕਰੀਏ। ਇਹਦੇ 'ਚ ਇੱਕ ਪਾਰਟਿਕੂਲਰ ਪੈਟਰਨ ਹੁੰਦਾ ਗਾਇਸ, ਉਸ ਤੇ ਤੁਹਾਨੂੰ ਮੈਂ ਪ੍ਰੈਕਟਿਸ ਕਰਾਨੀ ਆ, ਔਰ ਉਹਦੇ 'ਚ ਤੁਹਾਨੂੰ 120 ਚੋਂ 80-90 ਨੰਬਰਸ ਲੈਣੇ ਪੈਂਦੇ ਨੇ, ਜਿੱਥੇ ਤੁਹਾਡੀ ਫਾਈਲਾਂ ਪ੍ਰੋਸੈਸ ਹੋ ਜਾਂਦੀਆਂ। ਬਿਲਕੁਲ ਜੀ, ਬਿਲਕੁਲ। ਤੁਹਾਡੀ ਫਾਈਲ ਪ੍ਰੋਸੈਸ 'ਚ ਪਹੁੰਚ ਜਾਂਦੀ ਹੈ ਜਦੋਂ ਤੁਸੀਂ ਇਹਨਾਂ ਸਕੋਰ ਲਾ ਲੈਂਦੇ ਹੋ। ਤਾਂ ਬਾਕੀ ਕੋਈ ਵੀ ਡਿਟੇਲਸ ਲੈਣਾ ਚਾਹੁੰਦੇ ਹੋ ਤਾਂ ਨੰਬਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਮੈਡਮ, ਇਜਾਜ਼ਤ ਲੈਣ ਦਾ ਵੇਲਾ ਹੋ ਗਿਆ ਹੈ ਸਾਡਾ ਬਹੁਤ ਹੀ ਪਿਆਰੇ ਦਰਸ਼ਕਾਂ ਤੋਂ। ਸੋ ਸੁਨੇਹਾ ਕੀ ਸਾਂਝਾ ਕਰੋਗੇ ਸਾਡੇ ਦਰਸ਼ਕਾਂ ਦੇ ਨਾਲ? ਔਰ ਇੱਕ ਚੀਜ਼ ਹੋਰ ਮੈਡਮ, ਪੰਜਾਬ ਬੋਰਡ ਦੇ ਬੱਚਿਆਂ ਨੂੰ ਥੋੜੀ ਜਿਹੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਆਇਲਸ ਲਈ, ਉਹਨਾਂ ਨੂੰ ਕੀ ਸਲਾਹ ਦਵੋਗੇ? ਔਰ ਇੱਕ ਵਿਦਆਊਟ ਆਇਲਸ ਬਹੁਤ ਪ੍ਰਮੋਟ ਹੋ ਰਿਹਾ ਹੈ, ਇਹ ਸਾਰੀਆਂ ਚੀਜ਼ਾਂ ਬਾਰੇ ਕੀ ਕਹੋਗੇ? ਹਾਂਜੀ ਮਨਦੀਪ, ਵਿਦਆਊਟ ਆਇਲਸ ਦਾ ਤਾਂ ਤੁਸੀਂ ਬਹੁਤ ਅੱਛੀ ਚੀਜ਼ ਨੂੰ ਫਾਇਰ ਕੀਤਾ ਹੈ। ਵਿਦਆਊਟ ਆਇਲਸ ਦੇ ਚੱਕਰਾਂ 'ਚ ਗਾਇਸ ਪਲੀਜ਼ ਨਾ ਪਈਓ। ਰੀਜ਼ਨ ਕੀ ਆ ਕਿ ਤੁਸੀਂ ਆਪ ਸਮਝਦਾਰ ਹੋ। ਜੇ ਤੁਸੀਂ ਇਹ ਕਿਸੇ ਵੀ ਫੋਰਨ ਕੰਟਰੀ 'ਚ ਜਾਣਾ ਚਾਹੁੰਦੇ ਹੋ, ਤੁਹਾਨੂੰ ਪਤਾ ਕਿ ਜਿਹੜੀ ਤੁਹਾਡੀ ਮੇਨ ਕਮਿਊਨੀਕੇਟਿੰਗ ਲੈਂਗੁਏਜ ਹੈ ਉਹ ਇੰਗਲਿਸ਼ ਹੀ ਹੈ। ਹੁਣ ਜੇ ਆਪਾਂ ਆਇਲਸ ਨਹੀਂ ਕੁਆਲੀਫਾਈ ਕਰ ਸਕਦੇ ਇੱਕ ਰਿਕੁਆਇਰਮੈਂਟ ਨਾਲ, ਤੁਸੀਂ ਉੱਥੇ ਜਾ ਕੇ ਕਿਵੇਂ ਦੀ ਜੌਬਸ ਐਕਸਪੈਕਟ ਕਰੋਗੇ? ਸਿਰਫ ਲੇਬਰ ਦੀ ਹੀ ਜੌਬਸ ਰਹਿ ਜਾਂਦੀਆਂ ਨੇ, ਜਾਂ ਜਿਨ੍ਹਾਂ ਨੂੰ ਆਪਾਂ ਸਾਡੀ ਟਰਮ ਦੇ ਵਿੱਚ ਸਰਵਾਈਵਲ ਜੌਬਸ ਕਹੀਦਾ, ਸਿਰਫ ਉਹੀ ਰਹਿ ਜਾਂਦੀਆਂ ਨੇ। ਸੋ ਇਸ ਲਈ ਇਹ ਸੋਚੋ ਵੀ ਨਾ ਕਿ ਵਿਦਆਊਟ ਆਇਲਸ ਤੁਸੀਂ ਕੈਨੇਡਾ ਜਾਂ ਕੋਈ ਵੀ ਅੱਛੀ ਕੰਟਰੀ, ਕਿਸੇ ਵੀ ਡਿਵੈਲਪਡ ਕੰਟਰੀ 'ਚ ਟਾਰਗੇਟ ਕਰ ਸਕਦੇ ਹੋ। ਜੀ ਠੀਕ ਹੈ ਜੀ, ਠੀਕ ਹੈ। ਸੋ ਜਾਣਕਾਰੀ ਸਾਂਝੀ ਕਰਨ ਲਈ ਸਮਾਂ ਦੇਣ ਲਈ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਸਾਡੇ ਜਿਹੜੇ ਬਹੁਤ ਹੀ ਪਿਆਰੇ ਦਰਸ਼ਕ ਹੈ ਜੀ, ਮਾਫੀ ਚਾਹੁੰਦੇ ਆ ਤੁਹਾਡੇ ਤੋਂ, ਕਿਉਂਕਿ ਕਤਾਰ ਕਾਫੀ ਲੰਬੀ ਸੀ ਔਰ ਮੈਨੂੰ ਸੀਗਾ ਕਿ ਅੱਜ ਚਰਚਾ ਜ਼ਿਆਦਾ ਕਰ ਲਈਏ ਤੇ ਕਾਲਸ ਥੋੜੀਆਂ ਜੀ ਅਸੀਂ ਘੱਟ ਲਈਆਂ ਨੇ। ਹੁਣ ਤੁਸੀਂ ਜਿੰਨੀਆਂ ਮਰਜ਼ੀ ਕਾਲਸ ਕਰਿਓ, ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਸਾਡੇ ਸ਼ੋਅ ਤੋਂ ਬਾਅਦ। ਸੋ ਫਿਰ ਤੋਂ ਹਾਜ਼ਰ ਹੋਵਾਂਗੇ, ਹਰ ਰੋਜ਼ ਹਾਜ਼ਰ ਹੁੰਦੇ ਆ ਸ਼ਾਮੀ 4:30 ਵਜੇ, ਉਸ ਤੋਂ ਬਾਅਦ ਸ਼ਾਮੀ 6:30 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਰੱਖੋ ਧਿਆਨ, ਧੰਨਵਾਦ, ਸਤਿ ਸ਼੍ਰੀ ਅਕਾਲ।